ਜੇ ਤੁਹਾਡਾ ਸੀਮੈਂਟ, ਇੱਟ, ਬਜਰੀ, ਸਰੀਆ ਤੇ ਹੋਰ ਚੀਜ਼ਾਂ ਦਾ ਕੰਟਰੋਲ ਨਹੀਂ ਹੈ ਤੇ ਤੁਸੀਂ ਇਕੱਲੀ ਰੇਤਾ ਨੂੰ ਕਿਉਂ ਕੰਟਰੋਲ ਕਰਨਾ ਚਾਹੁੰਦੇ ਹੋ? ਜਿਹੜੇ ਇਸ ਮਾਈਨਿੰਗ ਦੇ ਇਸ ਬਿਜ਼ਨਸ ਦੇ ਵਿੱਚ ਸ਼ਾਮਲ ਸਨ, ਵੱਡੇ ਵੱਡੇ ਗਰੋਹ ਬਣੇ ਹੋਏ ਸੀ, ਮਾਫੀਆ ਬਣਿਆ ਹੋਇਆ ਸੀ, ਜੀ ਤੁਸੀਂ ਉਹਨਾਂ ਨੂੰ ਨੱਥ ਕਿਉਂ ਨਾ ਪਾਈ? ਉਹ ਵੈਬਸਾਈਟ ਤੇ ਜੇ ਕੋਈ ਆਮ ਬੰਦਾ ਸੀ ਲੌਗਇਨ ਕਰਨ ਦੀ ਟਰਾਈ ਕਰਦਾ ਸੀ, ਇੱਕ ਖਾਸ ਸਮੇਂ ਤੇ ਥੋੜੀ ਵਿੰਡੋ ਦਿੱਤੀ ਗਈ ਜੀ ਕਿ ਇਸ ਸਮੇਂ ਦੇ ਵਿੱਚ ਹੀ ਤੁਸੀਂ ਆਪਣਾ ਲੌਗਇਨ ਕਰਕੇ ਬੋਲੀ ਲਾਉਣੀ ਹੈ। ਉਸ ਸਮੇਂ ਦੇ ਵਿੱਚ ਬਾਕੀਆਂ ਨੂੰ ਲੌਗਇਨ ਹੀ ਨਹੀਂ ਹੋਣ ਦਿੱਤਾ ਗਿਆ। ਜੇ ਇਸ ਵਿੱਚੋਂ ਕੋਈ ਠੇਕੇਦਾਰ ਫਾਇਦਾ ਉਠਾਉਣਾ ਚਾਹੁੰਦਾ ਤੇ ਉਹ ਉਠਾ ਲਵੇ, ਪਰ 225 ਕਰੋੜ ਰੁਪਏ ਅਸੀਂ ਖਜ਼ਾਨੇ ਵਿੱਚ ਐਕਸਟਰਾ ਪਾਉਣੇ ਨੇ ਪਿਛਲੇ ਸਾਲਾਂ ਨਾਲ। ਕੀ ਇਹ ਵਧੇ ਹੋਏ ਰੇਟ ਤੇ ਵਧੇ ਹੋਏ ਜਿਹੜਾ ਰਾਇਲਟੀ ਦੀ ਫੀਸ ਆ ਤੇ ਜਾਂ ਜਿਹੜੀ ਪਹਿਲਾਂ ਬੋਲੀ ਤੋਂ ਲਾਉਣ ਤੋਂ ਪਹਿਲਾਂ ਜਿਹੜੀ ਸਿਕਿਉਰਿਟੀ ਦੀ ਰਕਮ ਵਧਾਈ ਗਈ ਆ, ਉਹ ਵਧੀਆਂ ਹੋਈਆਂ ਫੀਸਾਂ ਨੂੰ ਧਿਆਨ 'ਚ ਰੱਖਦੇ ਹੋਏ ਠੇਕੇਦਾਰ ਇਸ ਸਾਫ਼ ਸੁਥਰੇ ਕੰਮ ਵਿੱਚ, ਸਾਫ਼ ਸੁਥਰੇ ਸਿਸਟਮ ਵਿੱਚ ਕੰਮ ਕਰਨ ਲਈ ਰਾਜ਼ੀ ਹੋ ਜਾਣਗੇ? ਇਹ ਵੱਡਾ ਸਵਾਲ। ਵੋਟਰਾਂ ਦੇ ਮੂਹਰੇ ਤੁਸੀਂ ਜਾਂਦੇ ਹੋ ਤਾਂ ਕੁਝ ਹੋਰ ਹਿਸਾਬ ਦੀ ਗੱਲ ਹੁੰਦੀ ਹੈ, ਪਰ ਜਦੋਂ ਬਾਹਰਲੇ ਦੇਸ਼ਾਂ ਦੇ ਵਿੱਚ ਤੁਸੀਂ ਜਾਂਦੇ ਹੋ ਤੇ ਤੁਹਾਨੂੰ ਉੱਥੇ ਦੇ ਜਿਹੜਾ ਮੀਡੀਆ ਹੁੰਦਾ ਹੈ ਪੰਜਾਬੀ ਦਾ, ਉਹ ਤੁਹਾਨੂੰ ਬੜੇ ਕਿਸਮਾਂ ਦੇ ਸਵਾਲ ਕਰਦਾ, ਸਿੱਧੇ ਸਵਾਲ, ਕੌੜੇ ਸਵਾਲ। ਉਹ ਇੱਥੇ ਵਾਲਾ ਲਿਹਾਜ਼ ਨਹੀਂ ਹੁੰਦਾ। ਪਾਰਟੀ ਦੀ ਲੀਡਰਸ਼ਿਪ ਨੂੰ ਜਿਹੜੀ ਅਸਲੀ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਬਹੁਤੇ ਕਲੋਜ਼ ਨੇ, ਵਿਰਸਾ ਸਿੰਘ ਬਲਟੋਆ ਨੇ, ਸਿਕੰਦਰ ਸਿੰਘ ਮਲੂਕਾ ਨੇ, ਹੋਰ ਜਿਹੜੇ ਇਸ ਤਰ੍ਹਾਂ ਦੇ ਨਾਮ ਨੇ, ਉਹਨਾਂ ਵਿੱਚੋਂ ਸਭ ਤੋਂ ਪ੍ਰਮੁੱਖ ਤੌਰ ਤੇ ਮਨਪ੍ਰੀਤ ਸਿੰਘ ਅਯਾਲੀ ਹੀ ਚੁੱਪੇ। ਵਿਰਸਾ ਸਿੰਘ ਬਲਟੋਆ ਦੇ ਇਸ ਇਲਜ਼ਾਮ ਦਾ ਜਵਾਬ ਮਨਪ੍ਰੀਤ ਸਿੰਘ ਅਯਾਲੀ ਨੇ ਬਹੁਤ ਸੋਹਣਾ ਦਿੱਤਾ ਜੀ ਕਿ ਬਿਲਕੁਲ। ਤੁਸੀਂ ਭਾਜਪਾ ਦੇ ਨਾਲ ਮਨਜਿੰਦਰ ਸਿੰਘ ਸਿਰਸਾ ਨਾਲ ਭਿਆਲੀਆਂ ਪਾ ਕੇ ਅਕਾਲੀ ਦਲ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਜੇ ਅਸੀਂ ਅਕਾਲੀ ਦਲ ਨੂੰ ਇੱਕ ਪਰਿਵਾਰ ਦੀ ਇਜਾਰੇਦਾਰੀ ਨਾ ਮੰਨ ਕੇ ਇਸ ਨੂੰ ਇੱਕ ਲੋਕਤੰਤਰਿਕ ਪ੍ਰਕਿਰਿਆ ਦੇ ਵਿੱਚ ਚੁਣੇ ਹੋਏ ਪ੍ਰਧਾਨਾਂ ਦੀ ਗੱਲ ਕਰੀਏ ਤੇ ਫਿਰ ਅਨੁਸ਼ਾਸਨ ਭੰਗ ਨਹੀਂ ਹੋ ਰਿਹਾ। ਤੇ ਵਿਜੀਲੈਂਸ ਜਿਸ ਤਰ੍ਹਾਂ ਜਿਹੜੀ ਕੰਮ ਕਰ ਰਹੀ ਹੈ ਪਿਛਲੇ ਦਿਨਾਂ ਵਿੱਚ, ਉਹਨਾਂ ਨੂੰ 15 ਦਿਨਾਂ ਦੇ ਵਿੱਚ ਰਿਪੋਰਟ ਜਿਹੜੀ ਹੈ ਛੇਤੀ ਦੇਣ ਲਈ ਆਖਿਆ ਗਿਆ। ਪਰ ਜੇ ਇਹ ਗੱਲ ਸਾਬਤ ਹੁੰਦੀ ਹੈ ਤਾਂ ਸਾਡੇ ਲਈ ਮੈਂ ਸਮਝਦਾ ਸ਼ਰਮ ਵਾਲੀ ਗੱਲ ਹੈ। ਇਹਨਾਂ ਨੇ ਕੁਝ ਕੁ ਮਿਲਾਂ ਦਾ ਰਿਕਾਰਡ ਤੇ ਬਹੁਤ ਸੋਹਣਾ ਹੈ ਪੰਜਾਬ ਦੇ ਵਿੱਚ, ਬਾਕੀ ਤੇ ਇਸ ਤਰ੍ਹਾਂ ਚੱਲਦੇ ਰਹੇ ਕਈ ਕਿ ਉਹਨਾਂ ਨੇ ਜ਼ਿਮੀਂਦਾਰ ਦਾ ਖਿਆਲ ਹੀ ਨਹੀਂ ਕੀਤਾ। ਉਹਨਾਂ ਦੀ ਬਣਾਈ ਹੋਈ ਗੰਨੇ ਦੀ ਖੰਡ ਕਦੋਂ ਦੀ ਵਿਕ ਗਈ ਹੈ, ਨਹੀਂ ਵਿਕੀ ਹੈ, ਤੁਹਾਡੇ ਸਟਾਕ 'ਚ ਭਾਈ ਜੋ ਮਰਜ਼ੀ ਹੋਵੇ ਭਾਈ, ਉਹ ਜਨਰੇਸ਼ਨ ਦੇ ਥਰੂ ਬਿਜਲੀ ਵੀ ਬਣਾਈ ਜਾ ਰਹੀ ਹੈ, ਤੁਸੀਂ ਪਰ ਆਪਣੇ ਜ਼ਿਮੀਂਦਾਰਾਂ ਦਾ ਪੈਸਾ ਤਾਂ ਦਿਓ ਨਾ। 2000 ਤੋਂ 2021 ਤੱਕ ਦੇ ਰਿਕਾਰਡ ਜਦੋਂ ਖੋਲ੍ਹੇ ਗਏ ਕਿ 140 ਐਡਵੋਕੇਟ ਅਜਿਹੇ ਨੇ ਜਿਨ੍ਹਾਂ ਦੇ ਰਿਕਾਰਡ ਇੱਕ ਦੂਸਰੇ ਨਾਲ ਮੈਚ ਨਹੀਂ ਕਰਦੇ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਨਾਲ ਦੀ ਨਾਲ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਵਿਚਾਰ ਚਰਚਾ ਦੀ। ਇਸ ਪ੍ਰੋਗਰਾਮ ਵਿੱਚ ਮੇਰਾ ਸਾਥ ਦੇਣਗੇ ਵਿਚਾਰਾਂ ਤੇ ਚਰਚਾ ਕਰਨ ਲਈ ਸਰਦਾਰ ਕੁਲਦੀਪ ਸਿੰਘ ਜੀ ਹੀਰ ਸਾਹਿਬ। ਸਵਾਗਤ ਜੀ, ਬਹੁਤ ਬਹੁਤ ਮਿਹਰਬਾਨੀ ਅੰਮ੍ਰਿਤ ਜੀ। ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ। ਹੀਰ ਸਾਹਿਬ, ਗੱਲ ਅਸੀਂ ਪੰਜਾਬ ਦੀ ਕਰੀਏ ਤੇ ਬਦਲਾਵ ਦੇ ਨਾਮ ਤੇ ਸਰਕਾਰ ਬਦਲ ਗਈ, ਨਵੀਂ ਸਰਕਾਰ ਆ ਗਈ ਤੇ ਪਿਛਲੀਆਂ ਦੋਵੇਂ ਸਰਕਾਰਾਂ, ਅਕਾਲੀ ਦਲ ਵੀ ਤੇ ਕਾਂਗਰਸ ਵੀ, ਜਿਸ ਮੁੱਦੇ ਤੇ ਬਹੁਤ ਜ਼ਿਆਦਾ ਭਟਕੀਆਂ ਤੇ ਲੜਦੀਆਂ ਰਹੀਆਂ, ਉਹਦੇ ਵਿੱਚ ਰੇਤਾ ਯਾਨੀ ਕਿ ਮਾਈਨਿੰਗ ਵੀ ਇੱਕ ਮੁੱਦਾ ਸੀ। ਮੈਂ ਬਹੁਤ ਲੰਬੀ ਚੌੜੀ ਗੱਲ ਇਸ ਮੁੱਦੇ ਤੇ ਨਾ ਕਰਾਂ ਤੇ ਹੁਣ ਇਹਨਾਂ ਨੇ ਇੱਕ ਨਵੀਂ ਮਾਈਨਿੰਗ ਨੀਤੀ, ਨਵੀਂ ਸਰਕਾਰ ਨੇ ਜਿਹੜੀ ਉਹ ਪੇਸ਼ ਕਰ ਦਿੱਤੀ ਹੈ। ਕੀ ਹੈ ਉਹ ਮਾਈਨਿੰਗ ਨੀਤੀ ਤੇ ਕਿਵੇਂ ਦੀ ਤੁਹਾਨੂੰ ਉਹ ਜਾਪਦੀ ਹੈ? ਰੇਤਾ ਇੱਕ ਅਜਿਹੀ ਦੁੱਖ ਦੀ ਰਾਗ ਹੈ ਜੀ ਇਸ ਤੇ, ਜਿਵੇਂ ਅੰਮ੍ਰਿਤ ਜੀ ਕਹਿੰਦੇ ਹੁੰਦੇ ਨੇ ਕਿ ਤੇਲ ਦੇ ਬਦਲੇ ਲੜਾਈਆਂ ਹੋਈਆਂ ਦੁਨੀਆ 'ਚ। ਜੀ ਬਿਲਕੁਲ। ਤੇਲ ਇੱਕ ਬੜੀ ਇਸ ਤਰ੍ਹਾਂ ਦੀ ਉਹ ਖਾਸ ਵਸਤੂ ਸੀ ਜਿਸ ਦੀ ਲੋੜ ਸੀ ਸਾਰੀ ਦੁਨੀਆ ਨੂੰ, ਅੱਜ ਵੀ ਹੈ। ਬਿਲਕੁਲ। ਤੇਲ ਦੇ ਸਾਰੀ ਦੁਨੀਆ ਦੀ ਰਾਜਨੀਤੀ ਘੁੰਮਦੀ ਹੈ। ਉਸ ਤੋਂ ਅਗਲਾ ਜਿਹੜਾ ਇੱਕ ਸਾਡੇ ਕੋਲ ਐਸੈਂਸ਼ੀਅਲ ਕਮੋਡਿਟੀ ਹੈ ਉਹ ਹੈ ਪਾਣੀ, ਰਿਸੋਰਸ ਹੈ, ਸੋਮਾ, ਕੁਦਰਤੀ ਸੋਮਾ ਹੈ। UNO ਦੀ ਰਿਪੋਰਟ ਇਹ ਕਹਿੰਦੀ ਵੀ ਜਿੰਨੇ ਕੁਦਰਤੀ ਸੋਮੇ ਦੁਨੀਆ ਵਿੱਚ ਵਰਤੇ ਜਾਂਦੇ ਨੇ, ਭਾਵੇਂ ਗੱਡੀ ਕਿਸੇ ਕੋਲ ਚਲਾਉਣ ਵਾਸਤੇ ਹੋਵੇ ਨਾ ਹੋਵੇ, ਤੇਲ ਦੀ ਵਰਤੋਂ, ਉਹ ਫਿਊਲ ਦੀ ਵਰਤੋਂ ਕਰਦਾ ਹੋਵੇ ਜਾਂ ਨਾ ਹੋਵੇ, ਜੀ, ਪਰ ਪਾਣੀ ਤੇ ਹਰ ਕੋਈ ਵਰਤਦਾ ਹੈ, ਪੀਂਦਾ ਹੈ, ਕੱਪੜੇ ਧੋਂਦਾ, ਸਭ ਕੁਝ ਹੁੰਦਾ ਹੈ, ਰੋਟੀ ਪਾਣੀ ਵੀ ਉਸੇ ਨਾਲ ਹੀ ਬਣਦਾ ਹੈ। ਪਾਣੀ ਸਭ ਤੋਂ ਨੰਬਰ 1 ਦਾ ਕੁਦਰਤੀ ਸੋਮਾ ਹੈ ਜਿਸ ਨੂੰ ਅਸੀਂ ਵਰਤਦੇ ਹਾਂ, ਜੋ ਕੁਦਰਤ ਨੇ ਸਾਨੂੰ ਨਿਯਮਤ ਦੇ ਤੌਰ ਤੇ ਵਰਤਣ ਵਾਸਤੇ ਦਿੱਤਾ ਹੋਇਆ। ਜੇ ਆਪਾਂ ਇੰਜ ਕਹਿ ਲਈਏ ਕਿ
ਧਰਤੀ ਤੇ ਜੀਵਨ ਜਿਹੜਾ ਹੈ ਉਹ ਸਿਰਫ ਪਾਣੀ ਕਰਕੇ ਹੀ ਸੰਭਵ ਆ। ਜਿਹੜੀ ਸਾਡੀ ਸਾਇੰਟੀਫਿਕ ਰਿਸਰਚ ਚੱਲਦੀ ਆ ਬਾਕੀ ਗ੍ਰਹਿਾਂ ਦੇ ਉੱਤੇ, ਉੱਥੇ ਜ਼ਿੰਦਗੀ ਦੀ ਹੋਂਦ ਸਿਰਫ ਇਸੇ ਕਰਕੇ ਜਿਹੜੀ ਮੁਨਾਸਿਬ ਨਹੀਂ ਜਾਪਦੀ ਕਿਉਂਕਿ ਉੱਥੇ ਪਾਣੀ ਨਹੀਂ ਹੈਗਾ। ਗੁਸਤਾਖੀ ਮਾਫ। ਜੀ ਨਹੀਂ, ਕੋਈ ਗੱਲ ਨਹੀਂ, ਇਹ ਬਿਲਕੁਲ ਤੁਸੀਂ ਸਹੀ ਆਖਿਆ ਜੀ। ਤੁਸੀਂ ਸਾਇੰਟੀਫਿਕ ਰਿਸਰਚ ਦੀ ਗੱਲ ਕੀਤੀ ਆ। ਸਾਰੇ ਸਾਡੇ ਤੇ ਇਤਿਹਾਸਿਕ ਗ੍ਰੰਥ ਜਿਹੜੇ ਨੇ ਇੰਨੇ ਪੁਰਾਣੇ ਨੇ, ਉਹ ਇਹ ਗੱਲ ਕਹਿੰਦੇ ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਈ। ਜੀ ਬਿਲਕੁਲ। ਗੱਲ ਰੇਤਾ ਦੀ ਹੈ ਜੀ। ਅਸੀਂ ਪਾਣੀ ਦਾ ਰੌਲਾ ਵੀ ਪੰਜਾਬ ਵਿੱਚ ਪਾ ਰਹੇ ਹਾਂ, ਪਾਣੀ ਥੱਲੇ ਨੂੰ ਜਾ ਰਿਹਾ ਭਾਈ, ਪਾਣੀ ਥੱਲੇ ਨੂੰ ਜਾ ਰਿਹਾ, ਪਾਣੀ ਨੂੰ ਸਾਂਭ ਲਓ। ਇਸ ਵੇਲੇ ਬਰਸਾਤ ਦਾ ਮੌਸਮ ਹੈ ਜੀ। 2 ਮੀਂਹ ਪੈ ਜਾਂਦੇ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਪਾਣੀ ਨੂੰ ਸੁੱਟਣਾ ਕਿੱਥੇ ਆ, ਭੇਜਣਾ ਕਿੱਥੇ ਹੈ। ਜੀ। ਦਰਿਆ ਭਰੇ ਜਾਂਦੇ ਨੇ, ਉਹ ਸਮੁੰਦਰਾਂ ਵਿੱਚ ਜਾ ਡਿੱਗਦੇ ਨੇ, ਉਹ ਜਦੋਂ ਸੁੱਕ ਜਾਂਦੇ ਨੇ ਫਿਰ ਸਾਨੂੰ ਫਿਕਰ ਪੈ ਜਾਂਦਾ। ਅਕਸਰ ਬਾਰਿਸ਼ਾਂ ਨੇ ਤਾਂ ਰੁਕਣਾ ਹੁੰਦਾ, ਸੀਜ਼ਨ ਖਤਮ ਹੋਣ ਵਾਲਾ ਹੈ, ਸਾਉਣ ਮਹੀਨਾ। ਜੀ। ਹੁਣ ਗੱਲ ਕਰਦੇ ਹਾਂ ਕਿ ਪਹਿਲਾ ਕੁਦਰਤੀ ਸੋਮਾ UNO ਨੇ ਇਸ ਨੂੰ ਲਿਸਟ ਕੀਤਾ ਹੈ, ਪਾਣੀ, ਜਿਸ ਨੂੰ ਅਸੀਂ ਵਰਤਦੇ ਹਾਂ, ਕੁਦਰਤ ਨੇ ਜੋ ਸਾਨੂੰ ਦਿੱਤਾ ਹੋਇਆ। ਜੀ। ਤੇ ਦੂਸਰਾ ਹੈ ਰੇਤਾ। ਰੇਤਾ ਇੰਨੀ ਅਸੈਂਸ਼ੀਅਲ ਹੈ ਕਿ ਹਰ ਬਿਲਡਿੰਗ ਦੇ ਵਿੱਚ ਇਸਨੇ ਵਰਤ ਹੋਣਾ ਹੀ ਹੋਣਾ ਹੈ। ਚਾਹੇ ਉਹ ਬਿਲਡਿੰਗ, ਚਾਹੇ ਉਹ ਕੰਪਲੀਟ ਲੋਹੇ ਦੇ ਢਾਂਚੇ ਤੇ ਹੀ ਕਿਉਂ ਨਾ ਖੜੀ ਹੋਵੇ, ਜੀ, ਫਿਰ ਵੀ ਉਸ ਨੂੰ ਜ਼ਮੀਨ ਦੇ ਵਿੱਚ ਉਸ ਦੀ ਫਾਊਂਡੇਸ਼ਨ ਬਣਾਉਣ ਲਈ ਵੀ ਤਾਂ ਸਾਨੂੰ ਲੋੜ ਪਏਗੀ ਨਾ ਰੇਤਾ ਦੀ ਤੇ ਸੀਮੈਂਟ ਮਿਕਸ ਦੀ। ਬਿਲਕੁਲ। ਇਸ ਕਰਕੇ ਸਾਰੀ ਦੁਨੀਆ ਦੇ ਵਿੱਚ ਇੱਕ ਕਾਮਨ ਮਟੀਰੀਅਲ ਹੈ ਰੇਤਾ। ਕਿਤੇ ਚਿੱਟੇ ਰੰਗ ਦੀ ਹੈ, ਕਿਤੇ ਕਾਲੇ ਰੰਗ ਦੀ ਹੈ, ਕਿਤੇ ਹੋਰ ਕਿਸੇ ਰੰਗ ਦੀ ਹੈ, ਇਹ ਹਰ ਜਗ੍ਹਾ ਇਹ ਲੱਭਣੀ ਨਹੀਂ, ਇਹ ਗੱਲ ਪੱਕੀ ਹੈ। ਤੇ ਪੰਜਾਬ ਕੋਲ ਇਹ ਦੋਵੇਂ ਖਜ਼ਾਨੇ ਕਿਸੇ ਸਮੇਂ ਭਰਪੂਰ ਸਨ। ਜੀ। ਪਾਣੀ ਅਸੀਂ ਆਪਣੀਆਂ ਗਲਤੀਆਂ ਨਾਲ, ਆਪਣੀਆਂ ਲਾਪਰਵਾਹੀਆਂ ਦੇ ਨਾਲ ਪਾਣੀ ਦੇ ਪੱਧਰ ਵੀ ਡੂੰਘੇ ਕਰ ਲਏ ਤੇ ਪਾਣੀ ਦਾ ਜਿਹੜਾ ਪਾਣੀ ਨੂੰ ਖਰਾਬ ਵੀ ਕਰ ਲਿਆ। ਜੀ। ਹੁਣ ਰੇਤਾ ਦੀ ਗੱਲ ਆਉਂਦੀ, ਅਸੀਂ ਇਸ ਨੂੰ ਕਿੰਨਾ ਕੁ ਸਾਂਭਿਆ? ਇਹੋ ਹੀ ਸੁਣਦੇ ਆ, ਤੁਹਾਨੂੰ ਸਸਤੀ ਮਿਲੇਗੀ, ਸਸਤੀ ਮਿਲੇਗੀ, ਸਸਤੀ। ਭਾਈ ਜੇ ਤੁਹਾਡਾ ਬਾਕੀ ਵਸਤਾਂ ਤੇ ਬਿਲਡਿੰਗ ਮਟੀਰੀਅਲ ਤੇ ਕੰਟਰੋਲ ਨਹੀਂ ਹੈ, ਜੇ ਤੁਹਾਡਾ ਸੀਮੈਂਟ, ਇੱਟ, ਬਜਰੀ, ਸਰੀਆ ਤੇ ਹੋਰ ਚੀਜ਼ਾਂ ਦਾ ਕੰਟਰੋਲ ਨਹੀਂ ਹੈ, ਤੇ ਤੁਸੀਂ ਕੱਲੀ ਰੇਤਾ ਨੂੰ ਕਿਉਂ ਕੰਟਰੋਲ ਕਰਨਾ ਚਾਹੁੰਦੇ ਹੋ? ਤੇ ਕੰਟਰੋਲ ਕਰਕੇ ਉਹ ਜਿਹੜੇ ਲੋਕ ਜਿਹੜੇ ਇਸ ਮਾਈਨਿੰਗ ਦੇ ਇਸ ਬਿਜ਼ਨਸ ਦੇ ਵਿੱਚ ਸ਼ਾਮਲ ਸਨ, ਵੱਡੇ ਵੱਡੇ ਗਰੋਹ ਬਣੇ ਹੋਏ ਸੀ, ਮਾਫੀਆ ਬਣਿਆ ਹੋਇਆ ਸੀ, ਤੁਸੀਂ ਉਹਨਾਂ ਨੂੰ ਨੱਥ ਕਿਉਂ ਨਾ ਪਾਈ? ਮੈਂ ਤੁਹਾਨੂੰ ਦੱਸਦਾ, ਅਕਾਲੀ ਸਰਕਾਰ ਵੇਲੇ ਦੀ ਇੱਕ ਘਟਨਾ ਹੈ, ਜਦੋਂ ਤੋਂ ਜ਼ਿਆਦਾ ਖੱਡਾਂ ਵਗੈਰਾ ਦੇ ਠੇਕੇ ਚੜ੍ਹਨੇ ਸ਼ੁਰੂ ਹੋਏ। ਜੀ। ਮੇਰੀ ਮੇਰੀ ਇੱਕ ਗੱਲ ਹੋਈ ਕਿਸੇ ਨਾਲ, ਮੈਂ ਉਹਨਾਂ ਨੂੰ ਪੁੱਛਿਆ ਕਿ ਇਹ ਠੇਕੇ ਕੀ ਆਮ ਵਿਅਕਤੀ ਇਹਨਾਂ ਵਿੱਚ ਹਿੱਸਾ ਲੈ ਸਕਦਾ? ਜਦੋਂ ਬੋਲੀ ਹੁੰਦੀ ਹੈ ਆਨਲਾਈਨ, ਕਹਿੰਦੇ ਜੀ ਲੈ ਸਕਦਾ। ਮੈਂ ਕਿਹਾ ਫਿਰ ਕੀ ਤੌਰ ਤਰੀਕਾ ਹੈ? ਉਹ ਕਹਿੰਦੇ ਇਹ ਆਨਲਾਈਨ ਪੋਰਟਲ ਹੁੰਦਾ ਹੈ, ਤੁਸੀਂ ਇੱਕ ਰਜਿਸਟ੍ਰੇਸ਼ਨ ਕਰਵਾਉਣੀ ਹੈ, ਜਿਹੜੀ ਖੱਡ ਦੀ ਗੱਲ ਕੀਤੀ ਹੋਵੇ ਉੱਥੋਂ ਕਿੰਨੇ ਘਣ ਫੁੱਟ ਜਿਹੜੀ ਹੈ ਤੁਸੀਂ ਰੇਤਾ ਚੁੱਕ ਸਕਦੇ ਹੋ, ਤੁਸੀਂ ਉਹਨੇ ਪੈਸੇ ਸਰਕਾਰ ਨੂੰ ਜਿਹੜੇ ਨੇ ਉਹਨਾਂ ਦੇ ਖਜ਼ਾਨੇ ਵਿੱਚ ਉਹ ਤੁਸੀਂ ਦੇਣੇ ਹੁੰਦੇ ਨੇ, ਤੁਸੀਂ ਆਪਣੀ ਬੋਲੀ ਲਾਉਣੀ ਹੁੰਦੀ ਹੈ। ਫਿਰ ਜਿਹਦੀ ਬੋਲੀ ਉਸ ਨੂੰ ਠੇਕਾ ਮਿਲ ਜਾਂਦਾ। ਸਿਸਟਮ ਇਹ ਬਣਾ ਦਿੱਤਾ ਗਿਆ, ਉਹ ਵੈਬਸਾਈਟ ਵੀ ਤੇ ਆਪਣੀ ਹੈ ਨਾ, ਕਿਸੇ ਦੀ ਤੇ ਹੈ ਨਹੀਂ। ਉਹ ਵੈਬਸਾਈਟ ਤੇ ਜੇ ਕੋਈ ਆਮ ਬੰਦਾ ਸੀ ਲੌਗਇਨ ਕਰਨ ਦੀ ਟਰਾਈ ਕਰਦਾ ਸੀ, ਇੱਕ ਖਾਸ ਸਮੇਂ ਤੇ ਥੋੜੀ ਵਿੰਡੋ ਦਿੱਤੀ ਗਈ ਜੀ ਕਿ ਇਸ ਸਮੇਂ ਦੇ ਵਿੱਚ ਹੀ ਤੁਸੀਂ ਆਪਣਾ ਲੌਗਇਨ ਕਰਕੇ ਬੋਲੀ ਲਾਉਣੀ ਹੈ। ਉਸ ਸਮੇਂ ਦੇ ਵਿੱਚ ਬਾਕੀਆਂ ਨੂੰ ਲੌਗਇਨ ਹੀ ਨਹੀਂ ਹੋਣ ਦਿੱਤਾ ਗਿਆ। ਜੀ। ਇਹ ਸਭ ਨੂੰ ਪਤਾ। ਇਹ ਅਕਾਲੀ ਸਰਕਾਰ ਵੇਲੇ ਦੀ ਗੱਲ। ਉਸ ਤੋਂ ਬਾਅਦ ਕੀ ਹੋਇਆ? ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਵੀਂ ਬਣੀ ਹੈ 2017 ਦੇ ਵਿੱਚ, ਤੇ ਰਾਣਾ ਗੁਰਜੀਤ ਸਿੰਘ ਤੇ ਇਲਜ਼ਾਮ ਲੱਗ ਗਿਆ ਕਿ ਉਸਨੇ ਆਪਣੇ ਜਿਹੜੇ ਖਾਨਸਾਮੇ ਸੀ ਉਹਨਾਂ ਦੇ ਨਾਂ ਤੇ ਜਿਹੜੀਆਂ ਸੀ ਉਹ ਬੋਲੀਆਂ ਲਾ ਕੇ ਰੇਤ ਦੀਆਂ ਖੱਡਾਂ ਮੁੱਲ ਲੈ ਲਈਆਂ। ਜੀ। ਹੋਰ ਕਈ ਜਿਹੜੇ ਵਿਧਾਇਕ ਸੀ, ਮੰਤਰੀ ਸੀ, ਉਹਨਾਂ ਦੇ ਨਾਮ ਆਏ ਕਿ ਉਹਨਾਂ ਨੇ ਖੂਬ ਕਮਾਈਆਂ ਕੀਤੀਆਂ। ਅਜੇ ਤੱਕ ਸਾਬਤ ਤੱਕ ਕਿਸੇ ਤੇ ਨਹੀਂ ਹੋਇਆ। ਪਰ ਰੇਤਾ ਚੋਰੀ ਤਾਂ ਹੋਈ ਹੈ ਨਾ ਭਾਈ। ਜੇ ਚੋਰੀ ਹੋਈ ਤਾਂ ਚੋਰ ਵੀ ਤਾਂ ਕੋਈ ਹੈਗਾ। ਉਹ ਚੋਰ ਕੌਣ ਸੀ? ਅੱਜ ਤੱਕ ਕਿਸੇ ਚੋਰ ਨੂੰ ਹੱਥ ਨਾ ਪਿਆ। ਇਹ ਸਰਕਾਰ ਬਣੀ ਹੈ, ਇਹਨਾਂ ਨੇ 2-4 ਜਿਹੜੇ ਸੀ ਮਾਈਨਿੰਗ ਅਫਸਰ, ਕੋਈ ਕੁਛ ਇਸ ਤਰ੍ਹਾਂ ਦੇ ਬੰਦੇ, ਉਹਨਾਂ ਤੇ ਸ਼ਿਕੰਜਾ ਕੱਸਿਆ। ਫਿਰ ਨਾਲ ਸਖਤੀ ਕਰ ਦਿੱਤੀ, ਰੇਤਾ ਲੋਕਾਂ ਨੂੰ ਮਿਲਣੀ ਔਖੀ ਹੋ ਗਈ। ਚਰਨਜੀਤ ਸਿੰਘ ਚੰਨੀ ਨੇ ਰੌਲਾ ਪਾ ਦਿੱਤਾ ਕਿ ਰੇਤਾ ਸਸਤੀ, ਰੇਤਾ ਸਸਤੀ, ਰੇਤਾ ਸਸਤੀ। ਉਹਨਾਂ ਨੇ ਰੇਤੇ ਦੀ ਕੀਮਤ 5.5 ਰੁਪਏ ਪ੍ਰਤੀ ਘਣ ਫੁੱਟ ਜਿਹੜੀ ਸੀ ਉਹ ਤੈਅ ਕਰ ਦਿੱਤੀ। ਪਰ ਮਾਈਨਿੰਗ ਅਸਲੋਂ ਜਿਹੜੀ ਚੋਰੀ ਦੀ ਮਾਈਨਿੰਗ ਸੀ ਉਹ ਜਾਰੀ ਰਹੀ। ਹੁਣ ਆਮ ਵਿਅਕਤੀ ਜਿਸ ਨੂੰ ਰੇਤਾ ਚਾਹੀਦੀ ਹੋਵੇ, ਨਾ ਉਸ ਕੋਲ ਟਰਾਂਸਪੋਰਟੇਸ਼ਨ ਦਾ ਸਾਧਨ ਹੈ, ਨਾ ਰੇਤਾ ਪੁੱਟ ਕੇ ਲੋਡ ਕਰਨ ਦਾ ਸਾਧਨ ਹੈ, ਕੋਈ ਨਾ ਲਾਉਣ ਦਾ ਸਾਧਨ ਹੈ, ਉਹਨੇ ਤਾਂ ਫਿਰ ਜੋਤ ਕੋਲ ਮੰਗਿਆ ਜਾਵੇਗਾ। ਉਹ ਕਹੇਗਾ ਟਰਾਲੀ ਦਾ ਮੈਂ 5000 ਨਹੀਂ ਦੇ ਸਕਦਾ, ਮੈਂ ਤੇ ਮੇਰੇ ਕੋਲ ਤਾਂ 4500 ਲੈ ਲਓ। ਉਹਨੂੰ ਕੀ ਪਤਾ ਵੀ ਘਣ ਫੁੱਟ ਦਾ ਰੇਟ ਕੀ ਬਣਦਾ ਹੈ ਤੇ ਕਿਵੇਂ ਰੇਤਾ ਮੈਨੂੰ ਸਸਤੀ ਮਿਲੇਗੀ? ਇਹ ਤਾਂ ਵੱਡੇ ਜਿਹੜੇ ਠੇਕੇਦਾਰ ਹੋਣਗੇ ਉਹਨਾਂ ਨੂੰ ਪਤਾ ਹੋਏਗਾ। ਬਿਲਕੁਲ। ਚੋਰੀ ਚਲਦੀ ਰਹੀ, ਅੰਦਰ ਖਾਤੇ ਸਰਕਾਰ ਨੂੰ ਚੂਨੇ ਲੱਗਦੇ ਰਹੇ ਨੇ, ਅਜੇ ਵੀ ਲੱਗ ਰਹੇ ਨੇ ਵਿੱਚ ਵਿੱਚ। ਬਿਲਕੁਲ ਘਟਿਆ ਕੰਮ ਥੋੜਾ ਜਿਹਾ, ਪਰ ਕੋਈ ਮਾਈਨਿੰਗ ਪ੍ਰੋਪਰ ਨੀਤੀ ਨਹੀਂ ਸੀ, ਜਿਸ ਕਰਕੇ ਸਾਰੇ ਲੋਕ ਔਖੇ ਸਨ ਕਿ ਰੇਤਾ ਮਿਲ ਨਹੀਂ ਰਹੀ ਤੇ ਜਿੰਨੀ ਮਿਲ ਰਹੀ ਹੈ ਮਹਿੰਗੀ ਬਹੁਤ ਮਿਲ ਰਹੀ।
ਬਿਲਕੁਲ। ਹੁਣ ਸਰਕਾਰ ਇਹ ਕਹਿੰਦੀ ਹੈ ਜਿਹੜੀ ਨਵੀਂ ਨੀਤੀ ਬਣਾਈ ਹੈ, ਸਰਕਾਰ ਦਾ ਕਹਿਣਾ ਇਹ ਹੈ ਕਿ ਭਾਈ ਅਸੀਂ ਨਵੀਂ ਨੀਤੀ ਬਣਾ ਦਿੱਤੀ ਹੈ, ਪਰ ਇਸ ਦੇ ਮੁਤਾਬਕ ਪ੍ਰਤੀ ਘਣ ਫੁੱਟ ਜੋ 5.5 ਰੁਪਏ ਤੈਅ ਕੀਤਾ ਸੀ ਚਰਨਜੀਤ ਸਿੰਘ ਚੰਨੀ ਸਰਕਾਰ ਨੇ, ਅਸੀਂ ਉਸ ਨੂੰ 9 ਰੁਪਏ ਪ੍ਰਤੀ ਘਣ ਫੁੱਟ ਕਰਨ ਜਾ ਰਹੇ ਹਾਂ। ਤਕਰੀਬਨ ਦੁੱਗਣੀ ਕੀਮਤ ਕਰ ਦਿੱਤੀ ਹੈ ਸਰਕਾਰ ਨੇ। ਪਰ ਸਰਕਾਰ ਦਾ ਇਹ ਕਹਿਣਾ ਕਿ ਟਰਾਂਸਪੋਰਟੇਸ਼ਨ ਦਾ ਖਰਚਾ ਇਸ ਦੇ ਉੱਪਰ ਹੋਵੇਗਾ, ਪਰ ਨਾਲ ਦੀ ਨਾਲ ਇਹ ਕਿਹਾ ਕਿ ਚੋਰੀ ਤੇ ਚਕਾਰੀ ਜੋ ਲੋਕਾਂ ਨੂੰ ਅਸਲ ਵਿੱਚ 40 ਤੋਂ 45 ਰੁਪਏ ਪ੍ਰਤੀ ਘਣ ਫੁੱਟ ਮਿਲ ਰਹੀ ਸੀ, ਜੀ ਉਸ ਨੂੰ ਜਿਹੜਾ ਹੈ ਅਸੀਂ ਸਹੀ ਕਰਕੇ ਅਸਲੀ ਰੇਟ ਤੇ ਰੇਤਾ ਜਿਹੜੀ ਆ ਲੋਕਾਂ ਨੂੰ ਵੇਚਾਂਗੇ। ਹੁਣ ਇਸ ਦੇ ਨਾਲ ਹਕੀਕਤ 'ਚ ਉਹ ਸਰਕਾਰ ਦਾ ਇਹ ਕਹਿਣਾ, ਵੈਸੇ ਇਹ ਗੱਲ ਬਹੁਤ ਸਾਰੇ ਲੋਕ ਮੰਨਦੇ ਵੀ ਨੇ ਕਿ 40 ਤੋਂ 45 ਰੁਪਏ ਜਿਹੜੀ ਮਿਲ ਰਹੀ ਸੀ। ਇਸੇ ਤਰ੍ਹਾਂ ਰਾਇਲਟੀ ਜਿਹੜੀ ਹੈ ਜੀ ਉਹ ਸਰਕਾਰ ਨੇ 2 ਰੁਪਏ 40 ਪੈਸੇ ਤੋਂ ਚੰਨੀ ਸਰਕਾਰ ਨੇ ਉਹ ਜਿਹੜੀ ਸੀ ਸਰਕਾਰੀ ਰਾਇਲਟੀ, ਸਰਕਾਰੀ ਹਿੱਸਾ ਉਸ ਦੇ ਵਿੱਚ ਉਹ 70 ਪੈਸੇ ਪ੍ਰਤੀ ਸਕੁਅਰ ਫੁੱਟ ਕਰ ਦਿੱਤੀ ਸੀ। ਹੁਣ ਗੱਲ ਇਹ ਹੈ ਕਿ ਪ੍ਰਤੀ ਕਿਊਬਿਕ ਫੁੱਟ ਜਿਹੜੀ ਕਰ ਦਿੱਤੀ ਸੀ, ਉਹਨੂੰ ਵੀ ਵਧਾ ਕੇ ਤਕਰੀਬਨ ਜਿਹੜਾ ਹੈ ਤਿੱਗਣੇ ਤੋਂ ਵੱਧ ਕਰ ਦਿੱਤਾ ਗਿਆ। 2 ਰੁਪਏ 40 ਪੈਸੇ ਪ੍ਰਤੀ ਫੁੱਟ ਜਿਹੜਾ ਹੈ ਉਹ ਲਿਆ ਜਾਵੇਗਾ। ਜੀ ਜਿਹੜੀ ਆਮ ਮਿੱਟੀ ਹੈ ਉਸ ਦੀ ਰਾਇਲਟੀ ਦਰ ਵੀ 10 ਰੁਪਏ ਪ੍ਰਤੀ ਜਿਹੜੀ ਆ ਘਣ ਫੁੱਟ ਕਰ ਦਿੱਤੀ ਗਈ ਹੈ। ਬਜਰੀ ਦੀ ਕੀਮਤ ਜਿਹੜੀ ਹੈ ਸਰਕਾਰੀ ਰੇਟ ਦੇ ਹਿਸਾਬ ਨਾਲ 17.5 ਰੁਪਏ ਪ੍ਰਤੀ ਘਣ ਫੁੱਟ ਤੋਂ ਲੈ ਕੇ ਉਹਨੂੰ ਕਰਕੇ 20 ਰੁਪਏ ਕਰ ਦਿੱਤਾ ਗਿਆ। ਸੋ ਸਰਕਾਰਾਂ ਨੇ ਉਹਨਾਂ ਨੇ ਕਿਹਾ ਕਿ ਨਵੀਂ ਨੀਤੀ ਮੁਤਾਬਕ ਅਸੀਂ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣਾ ਹੈ, ਸਾਡੀ ਪ੍ਰਾਇਮਰੀ ਇਹੋ ਜੌਬ ਹੈ, ਅਤੇ ਇਹਦੇ ਲਈ ਅਸੀਂ ਜਿਹੜਾ ਹੈ ਉਹ 5-5 ਏਕੜਾਂ ਦੇ ਜਿਹੜੇ ਹਨ ਅਸੀਂ ਸਾਈਟਸ ਜਿਹੜੀਆਂ ਹੋਣਗੀਆਂ ਉੱਥੋਂ ਅਸੀਂ ਜਿਹੜੇ ਠੇਕੇ ਦੇਵਾਂਗੇ। ਠੇਕੇਦਾਰ ਸਾਹਮਣੇ ਆਉਣ, ਆਪਣੀ ਬੋਲੀ ਭਰਨ, ਉਹਨਾਂ ਦੀ ਬੋਲੀ ਦੀ ਫੀਸ ਵੀ ਵਧਾ ਦਿੱਤੀ ਗਈ ਹੈ। ਜੀ ਸੋ ਸਰਕਾਰ ਵੱਲੋਂ ਇਹ ਨੀਤੀ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤੀ ਗਈ, ਇੱਕ ਤੇ ਚੋਰੀ ਬੰਦ ਹੋਵੇ, ਜੇ ਇਸ ਵਿੱਚੋਂ ਕੋਈ ਠੇਕੇਦਾਰ ਫਾਇਦਾ ਉਠਾਉਣਾ ਚਾਹੁੰਦਾ ਤੇ ਉਹ ਉਠਾ ਲਵੇ, ਪਰ 225 ਕਰੋੜ ਰੁਪਏ ਅਸੀਂ ਖਜ਼ਾਨੇ ਵਿੱਚ ਐਕਸਟਰਾ ਪਾਉਣੇ ਨੇ ਪਿਛਲੇ ਸਾਲਾਂ ਨਾਲੋਂ, ਇੱਕ ਸਾਲ ਦੇ, ਉਸ ਤਰੀਕੇ ਨਾਲ ਇਹ ਮਾਈਨਿੰਗ ਨੀਤੀ ਜਿਹੜੀ ਹੈ ਤੈਅ ਕੀਤੀ ਗਈ ਹੈ। ਜੀ ਪਰ ਸਵਾਲ ਇਹ ਪੈਦਾ ਹੁੰਦਾ, ਤਕਨੀਕੀ ਗੱਲਾਂ ਜਿਹੜੀਆਂ ਨੇ, ਕੌਣ ਕਿੱਥੇ ਕੀ ਰੇਟ ਹੈ, ਕਿ ਇਸ ਨੂੰ ਸੰਭਵਤਾ ਤੌਰ ਤੇ ਲਾਗੂ ਕੀਤਾ ਜਾ ਸਕਦਾ ਹੈ, ਸੰਭਾਵਨਾ ਹੈ ਇਸ ਗੱਲ ਦੀ। ਹੁਣ ਇਹ ਜਿਹੜੀ ਨੀਤੀ ਬਣੀ ਹੈ, ਜਿਵੇਂ ਕਿ ਸ਼ਰਾਬ ਦੇ ਵਿੱਚ ਇਹ ਦਿੱਲੀ ਦੇ ਵਿੱਚ ਸਰਕਾਰ ਨੂੰ ਇੱਕ ਬੈਕ ਸਟੈਪ ਹੋਣਾ ਪਿਆ, ਪੰਜਾਬ ਵਿੱਚ ਵੀ ਉਹ ਗੱਲ ਨਹੀਂ ਬਣ ਰਹੀ, ਜਾਂ ਜਿਵੇਂ ਕਿ ਸਰਕਾਰ ਸੋਚ ਰਹੀ ਸੀ, ਕੁਝ ਸਟੈਪ ਜਿਹੜੇ ਨੇ ਪਿੱਛੇ ਨੂੰ ਕਦਮ ਜਿਹੜੇ ਨੇ ਸਰਕਾਰ ਨੂੰ ਪੁੱਟਣੇ ਪਏ ਨੇ। ਜੀ ਤੇ ਹੁਣ ਇੱਥੇ ਕੀ ਸਰਕਾਰ ਕੀ ਕਰੇਗੀ ਕਿ ਜਿੱਦਾਂ ਸਖਤੀ ਕੀਤੀ ਜਾ ਰਹੀ ਹੈ, ਜਦੋਂ ਇੱਕ ਠੇਕੇਦਾਰ ਜਿਹੜਾ ਹੈ ਰੇਤਾ ਦੀ ਕੋਈ ਸਾਈਟ ਖਰੀਦੇਗਾ ਸਰਕਾਰ ਤੋਂ, ਜਾਂ ਉਸ ਵਿੱਚ ਸਰਕਾਰ ਨੂੰ ਆਪਣਾ ਹਿੱਸਾ ਦੇਵੇਗਾ, ਬੀਬੇ ਪੁੱਤ ਬਣ ਕੇ ਉਹ ਲੋਕਾਂ ਨੂੰ ਵੀ ਉਸੇ ਰੇਟ ਤੇ ਵੇਚੇਗਾ। ਕੋਈ ਇਸ ਵਿੱਚ ਮਾਫੀਆ ਥਾਂ ਥਾਂ ਨਹੀਂ ਘੁੰਮਦਾ ਫਿਰੇਗਾ, ਗੱਡੀਆਂ ਘੁੰਮਦੀਆਂ ਸੀ ਠੇਕੇਦਾਰਾਂ ਦੀਆਂ, ਜਿਸ ਵਿੱਚ 4-4 5-5 ਜਿਹੜੇ ਮੋਟੇ-ਮੋਟੇ ਬੰਦੇ ਬਿਠਾਏ ਹੁੰਦੇ ਸੀ, ਤੇ ਉਹ ਹਰ ਜਗ੍ਹਾ ਰੋਕ ਕੇ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਸੀ। ਥਾਣਿਆਂ ਨਾਲ ਸਾਂਝ, ਉਹ ਸਭ ਕੁਝ ਜਿਹੜਾ ਹੈ ਮਾਈਨਿੰਗ ਨੀਤੀ ਦੇ ਤਹਿਤ ਹੋ ਰਿਹਾ ਸੀ। ਜੀ ਪਰ ਮਾਈਨਿੰਗ ਨੀਤੀ ਜਿਹੜੀ ਆ ਉਸ ਨੂੰ ਦਰਕਿਨਾਰ ਕਰਕੇ ਹੋ ਰਿਹਾ ਸੀ, ਬਲਕਿ ਮੈਂ ਇਸ ਤਰ੍ਹਾਂ ਕਹਿ ਦੇਵਾਂ ਕਿ ਉਸ ਚੀਜ਼ ਨੂੰ ਸਰਕਾਰ ਕਾਬੂ ਕਰ ਸਕੇਗੀ ਕਿ ਇਹ ਵਧੇ ਹੋਏ ਰੇਟ ਤੇ ਵਧੇ ਹੋਏ ਜਿਹੜਾ ਰਾਇਲਟੀ ਦੀ ਫੀਸ ਆ, ਤੇ ਜਾਂ ਜਿਹੜੀ ਪਹਿਲਾਂ ਬੋਲੀ ਤੋਂ ਲਾਉਣ ਤੋਂ ਪਹਿਲਾਂ ਜਿਹੜੀ ਸਿਕਿਉਰਿਟੀ ਦੀ ਰਕਮ ਵਧਾਈ ਗਈ ਆ, ਉਹ ਵਧੀਆਂ ਹੋਈਆਂ ਫੀਸਾਂ ਨੂੰ ਧਿਆਨ 'ਚ ਰੱਖਦੇ ਹੋਏ ਠੇਕੇਦਾਰ ਇਸ ਸਾਫ਼ ਸੁਥਰੇ ਕੰਮ ਵਿੱਚ, ਸਾਫ਼ ਸੁਥਰੇ ਸਿਸਟਮ ਵਿੱਚ ਕੰਮ ਕਰਨ ਲਈ ਰਾਜੀ ਹੋ ਜਾਣਗੇ? ਇਹ ਵੱਡਾ ਸਵਾਲ ਹੈ। ਜੀ ਦੇਖੋ, ਇੱਥੇ ਜਿਨ੍ਹਾਂ ਨੇ ਆਪਣੇ ਟਿੱਪਰ, ਟਰੈਕਟਰ ਟਰਾਲੀਆਂ ਤੇ ਹੋਰ ਜੰਤਰ, JCB ਮਸ਼ੀਨਾਂ, ਐਕਸਕਾਵੇਟਰ ਜਿੰਨੀਆਂ ਹਨ, ਇਹ ਸਾਰੀਆਂ ਖੜੀਆਂ ਕੀਤੀਆਂ ਹੋਈਆਂ ਨੇ ਪਿਛਲੇ 6 ਮਹੀਨੇ ਤੋਂ ਲੁਕੋ ਕੇ, ਉਹ ਸਾਰੇ ਇਸ ਗੱਲ ਵਾਸਤੇ ਰਾਜੀ ਹੋਣਗੇ ਕਿ ਅਸੀਂ ਹੁਣ ਚੰਗੇ ਤਰੀਕੇ ਨਾਲ ਇਹ ਕੰਮ ਕਰ ਸਕੀਏ, ਤੇ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਤਨਖਾਹਾਂ ਵੀ ਸਹੀ ਜਾਣ, ਤੇ ਇਸ ਤਰ੍ਹਾਂ ਅਸੀਂ ਉੱਪਰੋਂ ਮਲਾਈ ਨਾ ਲਾਈਏ। ਜੋ ਹਿੱਸਾ ਸਰਕਾਰ ਦਾ ਉਹ ਸਰਕਾਰ ਨੂੰ, ਜਿੰਨੇ ਦੀ ਰੇਤਾ ਇੱਕ ਗਾਹਕ ਦੇ ਘਰ ਪਹੁੰਚਣੀ ਚਾਹੀਦੀ ਆ ਉਹ ਉਹਨੇ ਦੀ, ਤੇ ਬਾਕੀ ਪੈਸੇ ਮੇਰੇ, ਜੈਨੂਅਨ ਕਮਾਈ ਮੇਰੀ। ਤੇ ਉਹਨਾਂ ਨੂੰ ਹਰ ਮਹੀਨੇ ਟੈਕਸ ਰਿਟਰਨ ਫਾਈਲ ਕਰਨ ਲਈ ਵੀ ਮਜਬੂਰ ਕੀਤਾ ਜਾ ਰਿਹਾ। ਸਰਕਾਰ ਦੀ ਅਜਿਹੀ ਨੀਤੀ ਹੈ। ਜੀ ਇਹਨਾਂ ਸਾਰੀਆਂ ਸਖਤ ਸ਼ਰਤਾਂ ਦੇ ਵਿੱਚ ਕਿੰਨੇ ਵਿਅਕਤੀ ਕੰਮ ਕਰਨ ਵਾਸਤੇ ਤਿਆਰ ਹੋਣਗੇ, ਇਹ ਵੱਡਾ ਸਵਾਲ ਹੋਵੇਗਾ। ਬਿਲਕੁਲ, ਤੁਸੀਂ ਤਫਸੀਲ ਨਾਲ ਸਾਰੀ ਗੱਲ ਦੱਸੀ, ਤੇ ਜਿਹੜਾ ਰੇਟ ਦਾ ਡਿਫਰੈਂਸ ਤੁਸੀਂ ਦੱਸਿਆ ਬਿਲਕੁਲ ਠੀਕ ਹੈ। ਚੰਨੀ ਸਾਹਿਬ ਨੇ ਜਾਂਦਿਆਂ ਉਹ ਰੇਵੜੀਆਂ ਵਾਲੀ ਗੱਲ ਕੀਤੀ ਸੀ, ਉਹਦਾ ਅਸਲੀਅਤ ਕੀ ਸੀ ਉਹ ਸਿੱਧੂ ਸਾਹਿਬ ਨਾਲ ਦੀ ਨਾਲ ਕਲੈਰੀਫਾਈ ਵੀ ਉਸ ਗੱਲ ਨੂੰ ਕਰਦੇ ਰਹੇ। ਜਿਹੜਾ ਤੁਸੀਂ ਅਹਿਮ ਸਵਾਲ ਉਠਾਇਆ ਕੁਲਦੀਪ ਜੀ, ਕਿ ਜੋ ਪੁਰਾਣੇ ਸਮੇਂ ਦੇ ਵਿੱਚ ਮਲਾਈ ਖਾਣ ਗਿੱਝੇ ਹੋਏ ਸੀ, ਕੀ ਉਹ ਸਪਰੇਟੇ ਦੁੱਧ ਤੇ ਆ ਕੇ ਕੰਮ ਕਰਨ ਲਈ ਤਿਆਰ ਹੋਣਗੇ? ਇਹ ਵੱਡਾ ਸਵਾਲ ਹੈ।
ਤੁਸੀਂ ਹੋਰ ਗੱਲ ਕੀਤੀ ਕਿ ਵੈਸੇ ਅਮਰਤ ਜੀ ਇਹ ਲਫ਼ਜ਼ ਤੁਸੀਂ ਸੋਹਣਾ ਵਰਤਿਆ, ਸਪਰੇਟਾ ਦੁੱਧ। ਜੀ ਪਰ ਇਹ ਸਾਡਾ ਨਾ ਅਸੀਂ ਜਿਵੇਂ ਕਹਿੰਦੇ ਨੇ ਕਿ ਮੈਂ ਹੁਣ ਲਫ਼ਜ਼ ਨਹੀਂ ਵਰਤਣਾ ਚਾਹੁੰਦਾ ਕਿ ਜੀ ਅਸੀਂ ਆਦਤ ਪੈ ਚੁੱਕੀ ਹੈ ਸਾਨੂੰ ਬਿਲਕੁਲ ਬਿਲਕੁਲ ਮਲਾਈ ਖਾਣ ਦੀ। ਬਿਲਕੁਲ ਉਹਦੇ ਨਾਲ ਔਰ ਜੁੜੀ ਹੋਈ ਇਹ ਗੱਲ ਹੈ ਸਿਸਟਮ ਕਿ ਬੀਤੇ ਸਮੇਂ ਦੇ ਜੀ ਵਿੱਚ ਜਦੋਂ ਸ਼ਰਾਬ ਨੀਤੀ ਜਾਰੀ ਕੀਤੀ ਗਈ ਤੇ ਠੇਕੇਦਾਰਾਂ ਵੱਲੋਂ ਵੱਡਾ ਵਿਰੋਧ ਦੇਖਿਆ, ਅਸੀਂ ਹਾਈ ਕੋਰਟ ਤੱਕ ਜਾਂਦੇ ਵੀ ਦੇਖੇ। ਪਰ ਜਦੋਂ ਕੁਝ ਦਿਨ ਬਾਕੀ ਸੀ, ਸਰਕਾਰ ਨੇ ਕਹਿ ਦਿੱਤਾ ਕਿ ਜੇ ਤੁਸੀਂ ਚਲਾਓਗੇ ਤਾਂ ਠੀਕ ਹੈ, ਨਹੀਂ ਤੇ ਅਸੀਂ ਮਾਰਕਫੈਡ ਜਾਂ ਆਪਣੀ ਕਿਸੇ ਏਜੰਸੀ ਨੂੰ ਦੇ ਦਿੰਦੇ ਹਾਂ। ਤੇ ਫਿਰ ਅਸੀਂ ਦੇਖਿਆ ਕਿ ਬਾਕੀ ਜਿਹੜੇ ਸਾਰੇ ਦੇ ਸਾਰੇ ਠੇਕੇ ਸੀ ਉਹ ਵਿਕ ਗਏ। ਸੋ ਇੱਥੋਂ ਇਹ ਤਾਂ ਸਾਬਤ ਹੁੰਦਾ ਹੈ ਕਿ ਜਿਹੜੀਆਂ ਸਾਡੀਆਂ ਪਹਿਲਾਂ ਦੀਆਂ ਏਜੰਸੀਜ਼ ਇਸ ਵੱਖ-ਵੱਖ ਕਿੱਤਿਆਂ ਦੇ ਵਿੱਚ ਲੱਗੀਆਂ ਹੋਈਆਂ, ਉਹ ਵਾਕਿਆ ਹੀ ਮਲਾਈ ਖਾਣ ਵਾਲੇ ਪਾਸੇ ਲੱਗੀਆਂ ਹੋਈਆਂ ਨੇ। ਮੈਂ ਗੱਲ ਕਰਦਾ ਸੀ ਜਿਹੜੀ ਤੁਸੀਂ ਗੱਲ ਕੀਤੀ ਕਿ ਕੀ ਇਹ ਸਭ ਸੰਭਵ ਹੈ ਕਿ ਜਿੱਥੇ ਵੀ ਉਹ ਕ੍ਰੈਸ਼ਰਸ ਲੱਗਦੇ ਨੇ ਉੱਥੇ CCTV ਲੱਗੇ ਜਾਣ, ਮਹੀਨੇ ਬਾਅਦ ਉਹ ਰਿਟਰਨ ਵੀ ਦੇਣ, ਉਹਨਾਂ ਦੀ ਫੀਸ ਵੀ ਵਧੇ। ਤੇ ਜੋ ਅੱਜ ਦੇ ਸਮੇਂ ਦੀ, ਇਹ ਮੈਂ ਔਨ ਕੈਮਰਾ ਕਹਿ ਰਿਹਾ ਕਿ ਅੱਜ ਜਿਹੜੀ ਰੇਤਾ ਬਾਜ਼ਾਰ ਦੇ ਵਿੱਚ ਮਿਲ ਰਹੀ ਹੈ ਉਹ 40 ਤੋਂ 45 ਰੁਪਏ ਫੁੱਟ, ਘਣ ਫੁੱਟ ਜਾਂ ਕਿਊਬਿਕ ਫੀਟ ਹੀ ਮਿਲ ਰਹੀ ਹੈ। ਜੇ ਸਰਕਾਰੀ ਰੇਟ ਉਹਦਾ 9 9.5 ਹੁੰਦਾ ਹੈ, ਉਹਦੇ 'ਚ ਟਰਾਂਸਪੋਰਟੇਸ਼ਨ ਐਡ ਹੁੰਦੀ ਹੈ ਜੋ 20 ਰੁਪਏ ਤੱਕ ਜਾਂ 22 ਰੁਪਏ ਤੱਕ ਜੋ ਵੀ ਉਹਦੀ ਕੁੱਲ ਕੈਲਕੂਲੇਸ਼ਨ ਕਰਕੇ ਮਿਲਦੀ ਹੈ। ਤੇ ਉਹ ਉਪਭੋਗਤਾਵਾਂ ਲਈ, ਕੰਜ਼ਿਊਮਰਸ ਲਈ, ਖਪਤਕਾਰਾਂ ਲਈ, ਐਂਡ ਯੂਜ਼ਰ ਲਈ, ਜਿਹੜਾ ਕੋਈ ਆਪਣਾ ਛੰਨ ਛਪਰਾ ਪਾਉਣਾ ਚਾਹੁੰਦਾ ਉਹਦੇ ਲਈ ਉਹ ਇੱਕ ਚੰਗਾ ਸੌਦਾ ਹੋਵੇਗਾ। ਤੇ ਉਹਦੇ ਵਿੱਚ ਜੇ ਪਾਰਦਰਸ਼ਤਾ ਆਉਂਦੀ ਆ, ਸਿਸਟਮ ਨੀਟ ਐਂਡ ਕਲੀਨ ਚੱਲਦਾ, ਤੇ ਸਰਕਾਰ ਵਾਕਈ ਉਹਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆ ਉਹ ਸੰਭਵ ਆਪਣੇ ਨਿਸ਼ਾਨੇ ਜਿਹੜੇ ਉਹ ਸੋਧ ਸਕੇਗੀ। ਜਿਹੜੀ ਤੁਸੀਂ ਗੱਲ ਕੀਤੀ ਕਿ ਸਰਕਾਰ ਇਹ ਕਰ ਸਕਦੀ ਆ, ਮੇਰਾ ਇਹ ਮੰਨਣਾ ਹੈ ਕਿ ਜੀ ਜੇ ਨੀਤ ਤੇ ਨੀਤੀ ਸਾਫ਼ ਹੋਵੇ ਤੇ ਸਰਕਾਰ ਬਹੁਤ ਆਸਾਨੀ ਦੇ ਨਾਲ ਆਪਣੇ ਜਿਹੜੇ ਨਤੀਜੇ ਆ ਉਹਨਾਂ ਨੂੰ ਪੁਰ ਕਰ ਸਕਦੀ ਹੈ। ਪਰ ਦੇਖਣਾ ਇਹ ਪਵੇਗਾ ਕਿ ਨੀਤੀ ਬਣਾਉਣ ਵਾਲੇ ਕਿੰਨੀ ਇਮਾਨਦਾਰੀ ਨਾਲ ਬਣਾਈ ਆ, ਤੇ ਜਿੱਥੇ ਐਗਜ਼ੀਕਿਊਸ਼ਨ ਹੋਣੀ ਆ ਉਹ ਕਿਵੇਂ ਤਰੀਕੇ ਦੇ ਨਾਲ ਜਿਹੜਾ ਉਹਦਾ ਤਰੀਕਾਕਾਰ ਸਾਧਿਆ ਜਾਂਦਾ। ਵਕਤ ਇੱਕ ਬ੍ਰੇਕ ਦਾ, ਇਸ ਤੋਂ ਬਾਅਦ ਕਰਦੇ ਹਾਂ ਅਗਲੇ ਵਿਚਾਰ ਦੀ ਗੱਲ। ਸਾਹਿਬ ਬ੍ਰੇਕ ਤੋਂ ਬਾਅਦ ਵਾਪਸੀ ਕਰਦੇ ਹਾਂ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ। ਤੇ ਪੰਜਾਬ ਦੀ ਜਿਹੜੀ ਸਿਆਸੀ ਉਥਲ ਪਥਕ ਜਿਹੜੀ ਹੋ ਰਹੀ ਆ, ਉਥਲ ਪੁਥਲ ਹੋ ਰਹੀ ਹੈ, ਖਾਸ ਤੌਰ ਤੇ ਪੰਜਾਬ ਦੀ ਇੱਕ ਆਪਣੀ ਜਿਹੜੀ ਅਸੀਂ ਖੇਤਰੀ ਪਾਰਟੀ ਕਹਿੰਦੇ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਲੈ ਕੇ, ਉਹਦੇ 'ਚ ਅਸੀਂ ਪਿਛਲੇ ਦਿਨਾਂ 'ਚ ਵੀ ਕਈ ਵਾਰ ਉਹਦੀ ਚਰਚਾ ਕੀਤੀ ਹੈ ਕਿ ਪ੍ਰਧਾਨ ਸਾਹਿਬ ਨੇ ਪਾਰਟੀ ਭੰਗ ਕਰ ਦਿੱਤੀ, ਆਪਣਾ ਅਹੁਦਾ ਰੱਖ ਲਿਆ ਤੇ ਬਾਅਦ ਵਿੱਚ ਇੱਕ ਅਨੁਸ਼ਾਸਨ ਕਮੇਟੀ ਬਣਾ ਦਿੱਤੀ। ਤੇ ਹੋਰ ਵੀ ਕੱਲ੍ਹ ਅਸੀਂ ਗੱਲਾਂ ਕੀਤੀਆਂ ਸੀ ਕਿ ਕੁਝ ਲੋਕਾਂ ਨੂੰ ਬਾਹਰ ਕੱਢਣ ਦੀ ਤਿਆਰੀ ਹੈ, ਕੁਝ ਨੂੰ ਡਰਾਉਣ ਦੀ ਤਿਆਰੀ ਹੈ। ਅੱਜ ਵੀ ਅਫਵਾਹਾਂ ਉੱਠਦੀਆਂ ਰਹੀਆਂ ਕਿ ਕੋਈ ਛੱਡ ਕੇ ਜਾ ਰਿਹਾ ਹੈ ਜਾਂ ਕੋਈ ਹੋਰ ਪਾਸੇ ਗੱਲ ਜਾ ਰਹੀ ਹੈ। ਤੇ ਕੱਲ੍ਹ ਇਸੇ ਤਰੀਕੇ ਦੇ ਨਾਲ ਹੀ ਪ੍ਰਧਾਨ ਸਾਹਿਬ ਨੇ ਇੱਕ ਮੀਟਿੰਗ ਵੀ ਬੁਲਾਈ। ਕੀ ਰੁਖ ਅਖਤਿਆਰ ਕਰਨਗੀਆਂ ਇਹ ਦੋਨੋਂ ਧਿਰਾਂ? ਤੇ ਜਿਹੜੀ ਸੂਚਨਾ ਜਾਂ ਖਬਰ ਇਹ ਵੀ ਹੈ ਕਿ ਪ੍ਰਧਾਨ ਸਾਹਿਬ ਕੁਝ ਦਿਨ ਲਈ ਦੇਸ਼ ਤੋਂ ਬਾਹਰ ਘੁੰਮਣ ਲਈ ਵੀ ਜਾ ਰਹੇ ਨੇ। ਜੀ ਘੁੰਮਣ ਲਈ ਜਾਣਾ ਚਾਹੀਦਾ। ਜੀ ਤੇ ਬਿਲਕੁਲ ਵੈਸੇ ਜਿਸ ਤਰ੍ਹਾਂ ਵਿਹਲੇ ਹੋਏ ਨੇ ਪੰਜਾਬ ਦੇ ਵਿੱਚ ਕਈ ਆਗੂ, ਖਾਸ ਤੌਰ ਤੇ ਪੁਰਾਣੇ ਆਗੂ ਜਿਨ੍ਹਾਂ ਵਿੱਚ ਕਈ ਸਾਬਕਾ ਮੁੱਖ ਮੰਤਰੀ, ਉਪ ਮੁੱਖ ਮੰਤਰੀ ਸ਼ਾਮਲ ਨੇ, ਜੀ ਵਿਹਲੇ ਨੇ, ਵਾਕਈ ਵਿਹਲੇ ਨੇ। ਬਹੁਤੇ ਤਾਂ ਪਰ ਗਏ ਵੀ ਸੁਖਬੀਰ ਹੋਏ ਨੇ ਸਿੰਘ ਬਾਦਲ ਘੁੰਮਣ। ਜੀ ਇਸ ਵੇਲੇ ਜੇ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਤੇ ਉਹਨਾਂ ਦਾ ਜਾਣਾ ਮੈਨੂੰ ਬਹੁਤਾ ਵਾਜਬ ਨਹੀਂ ਜਾਪਦਾ। ਜੀ ਉਹਦੇ ਕਾਰਨ ਇਹ ਹੈ ਕਿ ਪਾਰਟੀ ਦੇ ਵਿੱਚ ਇਸ ਵੇਲੇ ਸਿਆਸੀ ਯੁੱਧ ਚੱਲ ਰਿਹਾ, ਘਸਮਾਨ ਪਿਆ ਹੋਇਆ। ਜੀ ਹੁਣ ਵਿਕਰਮ ਮਜੀਠੀਆ ਵੀ ਬਾਹਰ ਆ ਗਏ ਨੇ, ਪਰ ਕੀ ਉਹ ਕੰਟਰੋਲ ਕਰ ਸਕਣਗੇ? ਮਾਝੇ ਦੇ ਜਰਨੈਲ ਤੇ ਉਹਨਾਂ ਨੂੰ ਆਖਿਆ ਜਾਂਦਾ ਹੈ, ਚਲੋ ਮਾਝਾ ਦੇਖਣਗੇ। ਮਾਝੇ ਦੇ ਵਿੱਚੋਂ ਬਹੁਤੀਆਂ ਤਿੱਖੀਆਂ ਸੁਰਾਂ ਸੀ, ਪਰ ਵੱਡੀ ਜਿਹੜੀ ਆਵਾਜ਼ ਹੈ ਨਾ, ਵੱਡੀ ਆਵਾਜ਼ ਇਸ ਵਿੱਚ ਮਨਪ੍ਰੀਤ ਸਿੰਘ ਜਾਲੀ ਦੀ। ਜੀ ਅਕਾਲੀ ਦਲ ਦੇ ਹੁੰਦਿਆਂ ਹੋਇਆਂ, ਅਕਾਲੀ ਦਲ ਦੀ ਸਰਕਾਰ ਹੁੰਦਿਆਂ ਹੋਇਆਂ, ਜਿਹੜੇ ਥੋੜ੍ਹੇ ਕੁ ਨਾਮ ਜਿਹੜੇ ਲੋਕਾਂ ਦੀ ਜ਼ੁਬਾਨ ਤੇ ਉਹ ਆਉਂਦੇ ਸੀ ਕਿ ਜਿਹੜੇ ਸਾਫ਼ ਠੀਕ ਠਾਕ ਛਵੀ ਵਾਲੇ ਜਿਹੜੇ ਆਗੂ ਸੀ, ਜਿਵੇਂ ਕਦੇ ਜਿਸ ਦਾ ਇੱਕ ਬੈਂਚਮਾਰਕ ਲੈਵਲ ਹੋਣਾ ਚਾਹੀਦਾ ਹੈ, ਜੀ ਉਹਨਾਂ ਦੇ ਵਿੱਚ ਮਨਪ੍ਰੀਤ ਸਿੰਘ ਅਡਾਲੀ ਤੇ ਗੁਰਪ੍ਰਤਾਪ ਸਿੰਘ ਵਡਾਲਾ ਦਾ ਨਾਮ ਆਉਂਦਾ। ਜੀ ਇਹ ਕਹਿ ਸਕਦੇ ਕਿ ਉਹਨਾਂ ਨੇ, ਮਨਪ੍ਰੀਤ ਸਿੰਘ ਅਡਾਲੀ ਦੇ ਬਾਰੇ ਖਾਸ ਗੱਲ ਹੈ, ਅਕਾਲੀ ਦਲ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਆਪਣੇ ਵੋਟਰ ਖੇਤਰ ਦੇ ਵਿੱਚ। ਤੇ ਉੱਥੇ ਵੀ ਜਿੱਥੇ ਉਹਨਾਂ ਦਾ ਪੰਜਾਬੀਆਂ ਨਾਲ ਤੇ ਵਾਹ ਸੀਗਾ, ਪਰ ਉਹਨਾਂ ਦਾ ਵੋਟਾਂ ਨਾਲ ਸਿੱਧਾ ਸੰਬੰਧ ਨਹੀਂ ਸੀ। ਵੋਟਰਾਂ ਦੇ ਮੂਹਰੇ ਤੁਸੀਂ ਜਾਂਦੇ ਹੋ ਤੇ ਕੁਝ ਹੋਰ ਹਿਸਾਬ ਦੀ ਗੱਲ ਹੁੰਦੀ ਹੈ, ਪਰ ਜਦੋਂ ਬਾਹਰਲੇ ਦੇਸ਼ਾਂ ਦੇ ਵਿੱਚ ਤੁਸੀਂ ਜਾਂਦੇ ਹੋ ਤੇ ਤੁਹਾਨੂੰ ਉੱਥੇ ਦੇ ਜਿਹੜਾ ਮੀਡੀਆ ਹੁੰਦਾ ਹੈ ਪੰਜਾਬੀ ਦਾ, ਉਹ ਤੁਹਾਨੂੰ ਬੜੇ ਕਿਸਮਾਂ ਦੇ ਸਵਾਲ ਕਰਦਾ, ਸਿੱਧੇ ਸਵਾਲ, ਕੌੜੇ ਸਵਾਲ। ਉਹ ਇੱਥੇ ਵਾਲਾ ਲਿਹਾਜ਼ ਨਹੀਂ ਹੁੰਦਾ ਉੱਥੇ, ਜੀ ਉਹ ਕੀਤੇ ਜਾਂਦੇ ਨੇ। ਤੇ ਇਸ ਵੱਡੀ ਹਾਰ ਤੋਂ ਬਾਅਦ ਵਿਧਾਨ ਸਭਾ ਦੀ ਤੋਂ
ਮਨਪ੍ਰੀਤ ਸਿੰਘ ਅਯਾਲੀ ਉਹ ਸ਼ਖਸ ਹਨ ਜਿਨ੍ਹਾਂ ਨੇ ਹਿੰਮਤ ਕੀਤੀ ਕਿ ਬਾਹਰਲਾ ਦੌਰਾ ਕਰਨ ਤੇ ਉੱਥੇ ਜਾ ਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦੇਣ। ਜੀ ਮੀਟਿੰਗਸ ਕੀਤੀਆਂ, ਮੀਡੀਆ ਤੇ ਵੀ ਬੋਲੇ ਨੇ। ਸੋ ਇਹ ਉਹਨਾਂ ਨੇ ਇੱਕ ਜਿਗਰਾ ਕੀਤਾ, ਜਿਗਰਾ ਉਹਨਾਂ ਨੇ ਵਿਖਾਇਆ। ਡਿਫੈਂਡ ਕੀਤਾ ਹੋਏਗਾ ਪਾਰਟੀ ਨੂੰ, ਪਾਰਟੀ ਦੀਆਂ ਪਾਲਿਸੀਆਂ ਤੁਸੀਂ ਡਿਫੈਂਡ ਕਰਦੇ ਹੋ, ਪਰ ਨਾਲ ਦੀ ਨਾਲ ਕੋਈ ਰੈਸ਼ਨਲ ਗੱਲਬਾਤ ਵੀ ਉਹਨਾਂ ਵਿੱਚੋਂ ਨਜ਼ਰ ਆਉਂਦੀ ਰਹੀ ਸਮੇਂ-ਸਮੇਂ ਤੇ। ਤੁਹਾਨੂੰ ਯਾਦ ਹੋਵੇਗਾ ਕਿ ਈਡੀ ਦਾ ਛਾਪਾ ਉਹਨਾਂ ਤੇ ਇੱਕ ਵੱਡਾ ਪਿਆ ਹੋਇਆ ਹੈ, ਜੋ ਈਡੀ ਸਾਰਿਆਂ ਨੂੰ ਪਤਾ ਹੈ ਕਿ ਕੇਂਦਰ ਸਰਕਾਰ ਦੇ ਅਧੀਨ ਆਉਂਦੀ ਹੈ। ਬਿਲਕੁਲ। ਉਹਦੇ ਵਿੱਚ ਕੀ ਰਿਜ਼ਲਟ ਹੈ, ਕੀ ਨਿਕਲਦਾ, ਅਜੇ ਤੱਕ ਕੁਝ ਨਹੀਂ ਉਸ ਵਿੱਚ ਪਤਾ। ਪਰ ਮਨਪ੍ਰੀਤ ਸਿੰਘ ਅਯਾਲੀ ਨੇ ਆਪਣੇ ਤੌਰ ਤੇ ਕੁਝ ਸਟੈਂਡ ਲੈ ਲਏ। ਹੁਣ ਪਾਰਟੀ ਦੀ ਲੀਡਰਸ਼ਿਪ ਨੂੰ ਜਿਹੜੀ ਅਸਲੀ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਬਹੁਤੇ ਕਲੋਜ਼ ਨੇ, ਵਿਰਸਾ ਸਿੰਘ ਬਲਟੋਆ ਨੇ, ਸਿਕੰਦਰ ਸਿੰਘ ਮਲੂਕਾ ਨੇ, ਹੋਰ ਜਿਹੜੇ ਇਸ ਤਰ੍ਹਾਂ ਦੇ ਨਾਮ ਨੇ, ਉਹਨਾਂ ਵਿੱਚੋਂ ਸਭ ਤੋਂ ਪ੍ਰਮੁੱਖ ਤੌਰ ਤੇ ਮਨਪ੍ਰੀਤ ਸਿੰਘ ਅਯਾਲੀ ਹੀ ਚੁੱਭੇ। ਜੀ ਭਾਵੇਂ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੀ ਉਹਨਾਂ ਨੇ ਮੀਟਿੰਗ ਕੀਤੀ ਗਈ ਸੀ ਬਾਗੀਆਂ ਦੀ, ਉਸ ਵਿੱਚ ਹੋਰ ਨਾਮ ਵੀ ਸੀ, ਪਰ ਅਯਾਲੀ ਬੇਬਾਕੀ ਨਾਲ ਬੋਲੇ ਨੇ। ਬਾਕੀ ਹਾਜ਼ਰ ਜ਼ਰੂਰ ਹੋਏ ਨੇ, ਉਨੀ ਬੇਬਾਕੀ ਨਾਲ ਬੋਲੇ ਨਹੀਂ। ਜੀ ਅਯਾਲੀ ਨੇ ਗੱਲ ਮੁੱਦਿਆਂ ਦੀ ਕੀਤੀ ਤੇ ਜਿਹੜੀ ਉਹਨਾਂ ਨੇ ਵੀਡੀਓ ਉਹਨਾਂ ਨੇ ਜਾਰੀ ਕਰਨੇ ਸ਼ੁਰੂ ਕੀਤੇ ਹੋਏ ਨੇ, ਉਹ ਸਾਰਿਆਂ ਨੂੰ ਪਤਾ। ਹੁਣ ਵਿਰਸਾ ਸਿੰਘ ਬਟੋਆ ਨੇ ਚੈਲੰਜ ਕਰ ਦਿੱਤਾ ਕਿ ਦਿੱਲੀ ਦਾ ਇੱਕ ਬੰਦਾ ਜਿਹੜਾ, ਦਿੱਲੀ ਦਾ ਇੱਕ ਭਾਜਪਾ ਦਾ ਆਗੂ, ਜੋ ਚਲੋ ਹੁਣ ਬਾਅਦ 'ਚ ਗੱਲ ਕਰਦੇ ਹਾਂ, ਕਿ ਉਹ ਸਾਡੇ ਬੰਦਿਆਂ ਨੂੰ ਪਟਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਭਾਜਪਾ ਸਾਡੀ ਪਾਰਟੀ ਦੇ ਵਿੱਚ ਫੁੱਟ ਪਾ ਰਹੀ ਹੈ। ਜੀ ਹੁਣ ਉਹ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਹੈ। ਜੇ ਅੱਜ ਤੋਂ 5 ਸਾਲ ਪਿੱਛੇ ਚਲੇ ਜਾਈਏ ਤੇ ਜਿੱਥੇ ਕਿਤੇ ਵੀ ਸੁਖਬੀਰ ਸਿੰਘ ਬਾਦਲ ਜਾਂਦੇ ਸੀ ਦਿੱਲੀ ਦੇ ਵਿੱਚ ਜਾਂ ਵੱਡੇ ਸ਼ਹਿਰਾਂ ਦੇ ਵਿੱਚ, ਪੰਜਾਬ ਦੇ ਵਿੱਚ, ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੇ ਮਨਜਿੰਦਰ ਸਿੰਘ ਸਿਰਸਾ ਜ਼ਰੂਰ ਖੜੇ ਹੁੰਦੇ ਸੀ, ਅੱਗੇ ਪਿੱਛੇ। ਬਿਲਕੁਲ। ਕਿਸਾਨ ਅੰਦੋਲਨ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਕਈ ਰੰਗ ਵਿਖਾਏ ਨੇ। ਪਾਰਟੀ ਵਿੱਚ ਸ਼ਾਮਲ, ਭਾਜਪਾ ਵਿੱਚ ਹੋਣਾ ਉਹਨਾਂ ਦਾ ਆਪਣਾ ਫੈਸਲਾ, ਉਸ ਨੂੰ ਚੈਲੰਜ ਨਹੀਂ ਕਰਦੇ ਅਸੀਂ। ਕਈ ਲੋਕ ਉਸ ਨੂੰ ਕਿਸੇ ਤਰੀਕੇ ਨਾਲ ਵੇਖ ਸਕਦੇ ਨੇ, ਪਰ ਦਿੱਲੀ ਕਮੇਟੀ ਦੀ ਪ੍ਰਧਾਨਗੀ, ਭਾਜਪਾ ਵਿੱਚ ਸ਼ਾਮਲ ਹੋਣਾ, ਪੰਜਾਬੀ ਪੜ੍ਹਨੀ ਨਾ ਆਉਣੀ, ਪੰਜਾਬੀ ਲਿਖਣੀ ਨਾ ਆਉਣੀ, ਪੰਜਾਬ ਦੇ ਮੁੱਦਿਆਂ ਵਿੱਚ ਦਖਲਅੰਦਾਜ਼ੀ, ਅਕਾਲੀ ਦਲ ਨਾਲ ਸਿੱਧੀ ਖਹਿਬਾਜ਼ੀ, ਸਭ ਕੁਝ ਚੱਲਦਾ ਰਿਹਾ। ਪਰ ਵਿਰਸਾ ਸਿੰਘ ਬਲਟੋਆ ਦੇ ਇਸ ਇਲਜ਼ਾਮ ਦਾ ਜਵਾਬ ਮਨਪ੍ਰੀਤ ਸਿੰਘ ਅਯਾਲੀ ਨੇ ਬਹੁਤ ਸੋਹਣਾ ਦਿੱਤਾ ਜੀ ਕਿ ਬਿਲਕੁਲ। ਤੁਸੀਂ ਭਾਜਪਾ ਦੇ ਨਾਲ ਮਨਜਿੰਦਰ ਸਿੰਘ ਸਿਰਸਾ ਨਾਲ ਭਿਆਲੀਆਂ ਪਾ ਕੇ ਅਕਾਲੀ ਦਲ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਮਨਪ੍ਰੀਤ ਸਿੰਘ ਅਯਾਲੀ ਨੇ ਕਿਹਾ ਕਿ ਜੇ ਮੈਂ ਜਾਣਾ ਹੁੰਦਾ ਤਾਂ ਪਹਿਲੇ ਦਿਨ ਤੋਂ ਮੈਂ ਜਾ ਸਕਦਾ ਸੀ, ਮੈਂ ਉਹਨਾਂ ਨਾਲ ਮੀਟਿੰਗਾਂ ਕਰਦਾ ਜਾਂ ਕੀਤੀ ਹੋਵੇ ਸਾਬਤ ਕਰ ਦਿਓ ਤੇ ਮੈਂ ਰਾਜਨੀਤੀ ਨਾਲ। ਉਹਨਾਂ ਨੇ ਕਿਹਾ ਕਿ ਮੈਂ ਪਬਲਿਕਲੀ ਅਪੋਜ਼ ਕਰਕੇ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀ ਚੋਣ ਦਾ ਬਾਈਕਾਟ ਕੀਤਾ ਹੈ। ਬਿਲਕੁਲ। ਉਹ ਬਾਈਕਾਟ ਕਰਕੇ ਤੇ ਮੈਂ ਸਾਬਤ ਕੀਤਾ ਕਿ ਮੈਂ ਭਾਜਪਾ ਦੇ ਇਹਨਾਂ ਨੀਤੀਆਂ ਨਾਲ ਸਹਿਮਤ ਨਹੀਂ। ਤੇ ਤੁਸੀਂ ਉਹਨਾਂ ਦੀ ਦੋਨੋਂ ਹੀ ਇਲੈਕਸ਼ਨ ਦੇ ਵਿੱਚ ਸਪੋਰਟ ਕਰਕੇ ਸਾਬਤ ਕੀਤਾ ਕਿ ਤੁਸੀਂ ਅੱਜ ਵੀ ਇਹਨਾਂ ਦੇ ਨਾਲ। ਬਿਲਕੁਲ। ਇਸ ਗੱਲ ਦਾ ਜਵਾਬ ਨਹੀਂ ਹੈ। ਅਨੁਸ਼ਾਸਨ ਭੰਗ ਇਹ ਕਿਹੋ ਜਿਹਾ ਅਨੁਸ਼ਾਸਨ ਹੈ? ਜਿਸ ਪਾਰਟੀ ਦੇ ਵਿੱਚ ਲੋਕਤੰਤਰਿਕ ਪ੍ਰਕਿਰਿਆ ਨਾਂ ਦੀ ਚੀਜ਼ ਕੋਈ ਨਹੀਂ, ਕਾਹਦਾ ਅਨੁਸ਼ਾਸਨ ਹੈ? ਤੁਸੀਂ ਇੱਕ ਕਹਿੰਦੇ ਹੋ ਕਿ ਹਰ ਇੱਕ ਦੀ ਗੱਲ ਸੁਣੀ ਜਾਂਦੀ ਹੈ, ਹਰ ਇੱਕ ਨੂੰ ਤੁਸੀਂ ਫਿਰ ਜੇ ਮੀਟਿੰਗਾਂ ਰੱਖੀਆਂ ਸੀ ਪਹਿਲਾਂ ਹਾਰ ਦੀ ਸਮੀਖਿਆ ਕਰਨ ਲਈ, ਜਦੋਂ ਮਨਪ੍ਰੀਤ ਸਿੰਘ ਅਯਾਲੀ ਜਾਂ ਹੋਰ ਲੋਕ ਉੱਥੇ ਬੋਲੇ ਸੀ, ਤੇ ਉਦੋਂ ਸੁਣ ਲੈਂਦੇ ਉਹਨਾਂ ਨੂੰ। ਇੱਕ ਕਮੇਟੀ ਬਣਾ ਲਈ, ਉਹਦੀਆਂ ਸਿਫਾਰਿਸ਼ਾਂ ਅਸੀਂ ਅੱਧੀਆਂ ਕੁ ਲਾਗੂ ਕਰ ਦੇਵਾਂਗੇ, 40 ਸਿਫਾਰਿਸ਼ਾਂ ਨੇ, 42 ਸਿਫਾਰਿਸ਼ਾਂ ਨੇ। ਉਹ ਜਨਤਕ ਉਸ ਨੂੰ ਕੀਤਾ ਨਹੀਂ ਗਿਆ, ਜਾਂ ਤੇ ਜਨਤਕ ਕਰ ਦਿਓ। ਫਿਰ ਉਸ ਵਿੱਚ ਕੀ ਹੈ? ਕਮੇਟੀ ਵੀ ਤਾਂ ਆਪਣੀ ਹੈ। ਇੱਕ ਵਿਅਕਤੀ ਦੀ ਕਮੇਟੀ ਕਿਵੇਂ ਫੈਸਲਾ ਕਰੇਗੀ? ਜਿਹੜੇ ਵਿਅਕਤੀ ਅੱਜ ਵੀ ਸਿਰ ਕੱਢ ਕੇ ਖਲੋਤੇ ਨੇ ਕਿ ਅਸੀਂ ਹੈਗੇ ਹਾਂ, ਅਕਾਲੀ ਦਲ ਦੇ ਵਿੱਚ ਸਾਡਾ ਕੋਈ ਵਜੂਦ ਹੈ, ਤੁਸੀਂ ਉਹਨਾਂ ਨੂੰ ਪੁੱਛੋ ਤਾਂ ਸਹੀ ਬਿਠਾ ਕੇ। ਜੇ ਫਿਰ ਉਹ ਕਿਤੇ ਪਬਲਿਕ ਪਲੇਟਫਾਰਮ ਤੇ ਗੱਲ ਕਰਨ ਤੇ ਫਿਰ ਅਨੁਸ਼ਾਸਨ ਖਰਾਬ ਹੋ ਜਾਂਦਾ। ਜੇ ਅਸੀਂ ਅਕਾਲੀ ਦਲ ਨੂੰ ਇੱਕ ਪਰਿਵਾਰ ਦੀ ਇਜਾਰੇਦਾਰੀ ਨਾ ਮੰਨ ਕੇ ਇਸ ਨੂੰ ਇੱਕ ਲੋਕਤੰਤਰਿਕ ਪ੍ਰਕਿਰਿਆ ਦੇ ਵਿੱਚ ਚੁਣੇ ਹੋਏ ਪ੍ਰਧਾਨਾਂ ਦੀ ਗੱਲ ਕਰੀਏ ਤੇ ਫਿਰ ਅਨੁਸ਼ਾਸਨ ਭੰਗ ਨਹੀਂ ਹੋ ਰਿਹਾ। ਹਾਂ, ਜੇ ਉਹ ਜਿਹੜੀ ਇੱਕ ਸੁਪਰਮੇਸੀ ਇੱਕ ਫੈਮਿਲੀ ਦੀ ਹੈ, ਉਹਨੂੰ ਚੈਲੰਜ ਕੋਈ ਕਰ ਰਿਹਾ ਤੇ ਜਿਹੜੇ ਅੱਜ ਵੀ ਕਹਿ ਰਹੇ ਕਿ ਕੱਲ ਵੀ ਸਾਡੇ ਪ੍ਰਧਾਨ ਸੀ, ਅੱਜ ਵੀ ਉਹੀ ਨੇ ਤੇ ਕੱਲ ਨੂੰ ਵੀ ਉਹੀ ਤੇ ਹਮੇਸ਼ਾ ਉਹੀ ਰਹਿਣਗੇ, ਇਹ ਤਾਂ ਫਿਰ ਉਹੀ ਇਸ ਗੱਲ ਦੇ ਪਿੱਛੇ ਅਰਥ ਕੀ ਹੈ? ਜੀ ਤੁਸੀਂ 2 ਵਾਰੀ 3 ਵਾਰੀ ਤੁਸੀਂ ਇਲੈਕਸ਼ਨ 2-3 ਹਾਰ ਗਏ ਹੋ। ਇਲੈਕਸ਼ਨਾਂ ਹਾਰਨ ਦੀ ਵੀ ਗੱਲ ਨਹੀਂ, ਤੁਸੀਂ ਕਮੇਟੀ ਤੁਹਾਡੀ ਮੰਨ ਚੁੱਕੀ ਹੈ ਝੁੰਦਾ ਕਮੇਟੀ ਦੇ ਵਿੱਚ ਕਿ ਗਲਤੀਆਂ ਸਾਡੇ ਕੋਲ ਹੋਈਆਂ ਨੇ। ਉਹ ਗਲਤੀਆਂ ਤਾਂ ਲੋਕਾਂ ਦੇ ਸਾਹਮਣੇ ਮੂਹਰੇ ਰੱਖੋ, ਆਪਣੇ ਵਰਕਰਾਂ ਦੇ ਮੂਹਰੇ ਤਾਂ ਰੱਖੋ ਜੀ ਕਿ ਕਿਹੜੀਆਂ ਗਲਤੀਆਂ ਨੇ। ਉਹਨਾਂ ਨੂੰ ਵਿਚਾਰੋ ਤਾਂ ਸਹੀ, ਉਹਨਾਂ ਨੂੰ ਗਾਂ ਰੈਕਟੀਫਾਈ ਕਰਨ ਦੀ ਗੱਲ ਤੇ ਕਰੋ। ਤੁਸੀਂ ਅਨੁਸ਼ਾਸਨ ਨੂੰ ਲੈ ਕੇ ਬਹਿ ਗਏ। ਮੈਨੂੰ ਲੱਗਦਾ ਕਿ ਅਕਾਲੀ ਦਲ ਦੇ ਵਿੱਚ ਨੇੜ ਭਵਿੱਖ ਦੇ ਵਿੱਚ ਕੁਝ ਜਿਹੜਾ ਉਹ ਕੋਈ ਇਸ ਤਰ੍ਹਾਂ ਦੀ ਸ਼ਾਂਤੀ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਪਰ ਜੇ ਅਕਾਲੀ ਦਲ ਕਿਸੇ ਲੋਕਤੰਤਰਿਕ ਪ੍ਰਕਿਰਿਆਵਾਂ ਦੇ ਉੱਪਰ ਚੱਲਣਾ ਚਾਹੁੰਦਾ ਹੈ ਤੇ ਜ਼ਾਹਿਰਾ ਤੌਰ ਤੇ ਉਹਨਾਂ ਨੂੰ ਆਪਣੀ ਇਹਨਾਂ ਲੋਕਾਂ ਦੀ ਗੱਲ ਸੁਣਨੀ ਪਏਗੀ। ਜੇ ਨਹੀਂ ਸੁਣਦੇ ਤਾਂ ਫਿਰ ਇਸੇ ਤਰ੍ਹਾਂ ਘਸਮਾਨ ਜਿਹੜਾ ਪਿਆ ਰਹਿਣਾ।
ਹੀਰ ਸਾਹਿਬ, ਤੁਸੀਂ ਗਲਤੀਆਂ ਨੂੰ ਦੱਸਣ ਦੀ ਗੱਲ ਰੱਖੀ ਆ। ਮੈਨੂੰ ਤੇ ਲੱਗਦਾ ਇਹਨਾਂ ਦਾ ਇਤਿਹਾਸ ਆ ਕਿ ਇਹ ਅਣਦਸੀਆਂ ਭੁੱਲਾਂ ਦੀ ਮਾਫੀ ਵੀ ਮੰਗਵਾ ਆਉਂਦੇ ਨੇ ਕਈ ਵਾਰ। ਤੇ ਤੁਸੀਂ ਲੋਕਤੰਤਰਕ ਪ੍ਰਕਿਰਿਆਵਾਂ ਦੀ ਗੱਲ ਕੀਤੀ। ਜਦੋਂ ਅਕਾਲੀ ਦਲ ਦਾ ਸੰਵਿਧਾਨ ਪੜ੍ਹੀਏ ਤੇ ਉਹ ਕਹਿੰਦੇ ਨੇ ਕਿ ਸਾਡੇ ਜਿਹੜੇ ਪ੍ਰਧਾਨ ਨੇ, ਜ਼ਿਲ੍ਹਿਆਂ ਦੇ ਹੋਣ ਜਾਂ ਹੋਰ ਵੱਖ-ਵੱਖ ਕਮੇਟੀਆਂ ਦੇ ਹੋਣ, ਉਹ ਚੁਣੇ ਜਾਂਦੇ ਨੇ। ਪਰ ਅਸੀਂ ਜਾਣਦੇ ਹਾਂ ਕਿ ਪ੍ਰੈਸ ਦੇ ਵਿੱਚ ਹਮੇਸ਼ਾ ਜਿਹੜਾ ਇੱਕ ਪੱਤਰ ਜਾਰੀ ਹੋ ਜਾਂਦਾ ਕਿ ਆਹ ਪ੍ਰਧਾਨਾਂ ਦੀ ਸੂਚੀ ਆ ਗਈ ਹੈ। ਚੋਣ ਤੇ ਕਦੇ ਦੇਖੀ ਨਹੀਂ। ਇਹ ਗੱਲਾਂ ਠੀਕ ਨੇ। ਉਹ ਇੱਕ ਵੱਡੇ ਦਾਨਸ਼ਵਰ ਨੇ ਕਿਹਾ ਸੀਗਾ ਕਿ ਸੱਤਾ ਦਾ ਤਰੀਕਾਕਾਰ ਕੋਈ ਵੀ ਹੋਵੇ, ਚਾਹੇ ਉਹ ਰਾਜਾਸ਼ਾਹੀ ਹੋਵੇ, ਚਾਹੇ ਲੋਕਤੰਤਰ, ਪਾਵਰ ਹਮੇਸ਼ਾ ਇੱਕ ਬੰਦੇ ਕੋਲ ਹੀ ਰਹਿੰਦੀ ਹੈ। ਆਸ ਕਰਦੇ ਹਾਂ ਕਿ ਇਸ ਪਾਰਟੀ ਦੇ ਵਿੱਚ ਕੁਝ ਲੋਕਤੰਤਰਕ ਪ੍ਰਕਿਰਿਆਵਾਂ ਦਾ ਮਾਣ ਖਿਆਲ ਰੱਖਿਆ ਜਾਵੇ ਤੇ ਇਹ ਖੇਤਰੀ ਪਾਰਟੀ ਜਿਹੜੀ ਆ ਉਹ ਬਚੀ ਰਵੇ। ਅਗਲੇ ਸਵਾਲ ਦੀ ਗੱਲ ਕਰੀਏ ਜੀ, ਤੇ ਪੰਜਾਬ ਦੇ ਕਿਸਾਨਾਂ ਲਈ ਬਹੁਤ ਸਾਰੀ ਮਸ਼ੀਨਰੀ ਜਿਹੜੀ ਆ ਉਹ ਆਈ, ਜਾਂ ਇੱਦਾਂ ਕਹਿ ਲਓ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਬਹੁਤ ਵੱਡੀ ਅਮਾਊਂਟ ਜਿਹੜੀ ਆ ਉਹ ਸਰਕਾਰਾਂ ਵੱਲੋਂ ਸਮੇਂ-ਸਮੇਂ ਤੇ ਦਿੱਤੀ ਜਾਂਦੀ ਰਹੀ, ਤੇ ਉਸ ਅਮਾਊਂਟ ਦਾ ਲੱਭਾ ਪਤਾ ਕੁਛ ਨਹੀਂ। ਉਹ ਹੁਣ ਮਾਮਲਾ ਕਿੱਥੇ ਪਹੁੰਚਿਆ ਤੇ ਕੀ ਉਹਦੇ ਵਿੱਚੋਂ ਨਿਕਲ ਕੇ ਆ ਰਿਹਾ ਜੀ? ਕੋਈ ਹੈ ਜਾਣਕਾਰੀ ਨਵੀਂ? ਅੰਮ੍ਰਿਤ ਜੀ, ਜਦੋਂ ਨਾ ਸਰਕਾਰਾਂ ਵਿਰੋਧੀ ਧਿਰਾਂ ਦੀਆਂ ਹੋਣ, ਕੇਂਦਰ ਵਿੱਚ ਹੋਰ ਹੋਵੇ, ਪੰਜਾਬ ਵਿੱਚ ਜਾਂ ਹੋਰ ਕਿਸੇ ਸੂਬੇ 'ਚ ਕੋਈ ਹੋਵੇ, ਤੇ ਉਹ ਜਿਹੜੀ ਖਿੱਚੋਤਾਣ ਜੀ ਹੈ ਨਾ ਚੱਲਦੀ ਰਹਿੰਦੀ ਹੈ। ਜੀ ਬਿਲਕੁਲ। ਇਹ ਅਸੀਂ ਅਕਸਰ ਵੇਖਿਆ। ਤੇ ਜਦੋਂ ਕਿਤੇ ਇੱਕੋ ਪਾਰਟੀ ਦੀਆਂ ਹੋਣ ਤਾਂ ਫਿਰ ਮੁੱਦੇ ਇਸ ਤਰ੍ਹਾਂ ਛੁਪ ਜਾਂਦੇ ਨੇ ਜਿਵੇਂ ਉਹ ਮੁੱਦੇ ਕਦੀ ਹੋਣ ਹੀ ਨਾ। ਜੀ ਦੇਖੋ, ਮੈਂ ਇੱਕ ਗੱਲ ਕਰਦਾ ਕਿ ਜੰਗਲਾਤ ਮਹਿਕਮੇ ਨੂੰ ਵੱਡੀਆਂ ਗਰਾਂਟਾਂ ਆਈਆਂ ਕੇਂਦਰ ਤੋਂ, ਆਉਂਦੀਆਂ ਨੇ, ਸਾਰੇ ਸੂਬਿਆਂ ਨੂੰ ਆਉਂਦੀਆਂ ਨੇ ਕਿ ਭਾਈ ਫੋਰੈਸਟ ਜਿਹੜੇ ਆ ਇਹਨਾਂ ਨੂੰ ਬਚਾਓ, ਕਿ ਗ੍ਰੀਨ ਟ੍ਰਿਬਿਊਨਲ ਉਹਨਾਂ ਫੰਡਾਂ ਨੂੰ ਦਬਾਉਂਦਾ ਹੈ। ਉਸ ਵਿੱਚ ਬੂਟੇ ਲਾਉਣ ਦਾ, ਉਹਨਾਂ ਦੇ ਰੱਖ ਰਖਾਅ ਦਾ, ਜੰਗਲਿਆਂ ਦਾ, ਉਹਨਾਂ ਦੀ ਸਾਂਭ ਸੰਭਾਲ, ਦਵਾਈ, ਪਾਣੀ, ਗੋਡੀ, ਸਭ ਕੁਛ ਦੇ ਖਰਚੇ ਪਾ ਕੇ ਕਰੋੜਾਂ ਰੁਪਏ ਸਟੇਟਾਂ ਨੂੰ ਹਰ ਸਾਲ ਜਿਹੜਾ ਹੈ ਕੇਂਦਰ ਦਿੰਦਾ। ਤੇ ਬਿਲਕੁਲ ਪਿਛਲੇ 4 ਸਾਲਾਂ ਦੇ ਵਿੱਚ ਉਹ ਰਕਮ ਦੁੱਗਣੀ ਤਿੱਗਣੀ ਹੋਈ ਹੈ, ਵਧਾਈ ਹੈ, ਇੰਨੀ ਵਧਾਈ। ਜੀ। ਤੇ ਕੀ ਹੋਇਆ ਸਾਡੇ ਪੰਜਾਬ ਦੇ ਵਿੱਚ? ਅੱਜ ਸਾਡੇ ਸਾਬਕਾ ਜੰਗਲਾਤ ਮੰਤਰੀ ਸਾਹਿਬ ਜੇਲ੍ਹ ਦੇ ਵਿੱਚ ਬੈਠੇ ਹੋਏ ਨੇ। ਬਿਲਕੁਲ ਕਿਸੇ ਤੇ ਜੰਗਲਿਆਂ ਦੇ ਪੈਸੇ ਖਾਣ ਦਾ ਦੋਸ਼ ਹੈ, ਕਿਸੇ ਨੇ ਬੂਟੇ ਖਾ ਲਿਆ, ਬੂਟੇ ਲੱਗੇ ਹੀ ਨਹੀਂ। ਜੇ ਲੱਗੇ ਨਹੀਂ ਤਾਂ ਫਿਰ ਜੰਗਲੇ ਲਾਉਣ ਦਾ ਵੀ ਸਵਾਲ ਪੈਦਾ ਨਹੀਂ ਸੀ ਹੁੰਦਾ। ਗਿਣਤੀਆਂ ਮਿਣਤੀਆਂ ਹੋਈਆਂ ਨਾ, ਜੀ। ਡੀਐਫਓ ਲਾਉਣ ਦੇ ਪੈਸੇ, ਬਦਲੀਆਂ ਦੇ ਪੈਸੇ, ਰੇਂਜਰ ਲਾਉਣ ਦੇ ਪੈਸੇ, ਰੇਂਜਰ ਦੀਆਂ ਬਦਲੀਆਂ ਦੇ ਪੈਸੇ, ਛੋਟੇ ਮੁਲਾਜ਼ਮਾਂ ਤੱਕ ਦੀ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ। ਜੀ ਪੈਸਾ ਖੁਰਦ-ਬੁਰਦ ਹੋਇਆ। ਪੰਜਾਬ ਜਿਸ ਤੇ ਅੱਜ ਬੂਟੇ ਲਾਉਣ ਦਾ ਇੱਕ ਕੰਮ ਚੱਲ ਪਿਆ ਕਿ ਬੂਟੇ ਲਾ ਦਿਓ, ਬੂਟੇ ਲਾ ਦਿਓ, ਇਹ ਤਾਂ ਬੜੇ ਸਹਿਜ ਨਾਲ ਹੋ ਜਾਣਾ ਚਾਹੀਦਾ ਸੀ। ਜੀ ਹੋਇਆ ਨਾ। ਪੰਜਾਬ ਉਵੇਂ ਹੀ ਰੁੱਖਾ ਜਿਹਾ ਜਾਪਦਾ ਹੈ ਦਰਖਤਾਂ ਤੋਂ ਬਿਨਾਂ। ਹੁਣ ਗੱਲ ਕਰਦੇ ਹਾਂ, ਇਹ ਉਹ ਵੀ ਕੇਂਦਰੀ ਗ੍ਰਾਂਟ ਸੀ, ਜੀ ਰੱਜ ਕੇ ਮਿਸਯੂਜ਼ ਕੀਤਾ ਗਿਆ ਔਰ ਉਸ ਦੀ ਕੋਈ ਸਪਸ਼ਟੀਕਰਨ ਨਹੀਂ। ਅੱਜ ਵੀ ਉਸ ਦਾਗੀ ਮੰਤਰੀ ਨੂੰ ਮਿਲਣ ਵਾਸਤੇ ਵੱਡੇ ਆਗੂ ਜਿਹੜੇ ਨੇ ਜੇਲ੍ਹ ਵਿੱਚ ਪਹੁੰਚ ਰਹੇ ਨੇ। ਇਹ ਇੱਕ ਵੱਖਰੀ ਕਿਸਮ ਦਾ ਘਪਲਾ ਜਿਹੜੀ ਤੁਸੀਂ ਗੱਲ ਕੀਤੀ ਹੈ, ਇਹ ਵੀ ਕੇਂਦਰੀ ਗ੍ਰਾਂਟ ਹੈ। 20 ਜ਼ਿਲ੍ਹਿਆਂ ਵਿੱਚ 100 ਕਰੋੜ ਤੋਂ ਵੱਧ ਦੀ ਮਸ਼ੀਨਰੀ, ਖੇਤੀ ਮਸ਼ੀਨਰੀ ਗਾਇਬ ਹੋਣ ਦੀਆਂ ਖਬਰਾਂ ਨੇ। ਜੀ ਹੁਣ ਪੰਜਾਬ ਸਰਕਾਰ 1178 ਕਰੋੜ ਰੁਪਏ ਦਾ ਹਿਸਾਬ ਕਿਤਾਬ ਲਾਈ ਬੈਠੀ ਹੈ ਤੇ ਵਿਜੀਲੈਂਸ ਨੂੰ ਕਾਗਜ਼ ਪੱਤਰ ਜਿਹੜੇ ਨੇ ਸੌਂਪ ਦਿੱਤੇ ਨੇ ਕਿ ਭਾਈ ਸਾਨੂੰ ਦੱਸੋ, ਇਹ ਜਿਹੜੀ ਖੇਤੀ ਮਸ਼ੀਨਰੀ ਇੰਨੇ ਦੀ ਆਉਣੀ ਸੀ, ਇਹ ਕਿੱਥੇ ਆਈ ਹੈ, ਕਿੱਥੇ ਗਈ ਹੈ, ਇਹ ਖਰੀਦੀ ਵੀ ਕਿਸੇ ਨੇ ਹੈ ਜਾਂ ਨਹੀਂ, ਜਾਂ ਇਸ ਵੇਲੇ ਮੌਜੂਦ ਹੈ ਜਾਂ ਨਹੀਂ। ਅਸਲ ਵਿੱਚ ਇਹ ਜਿਹੜੇ ਸੁਸਾਇਟੀਆਂ ਬਣਾ ਕੇ ਜਾਂ ਇੰਡੀਵਿਜੂਅਲ ਤੌਰ ਤੇ ਕੁਝ ਗ੍ਰਾਂਟਾਂ ਜਿਹੜੀਆਂ ਸੀ ਉਹ ਕੇਂਦਰ ਸਰਕਾਰ ਦੀਆਂ ਆਈਆਂ, ਜਿਸ ਵਿੱਚ ਪਰਾਲੀ ਦੀ ਸਾਂਭ ਸੰਭਾਲ ਵਾਸਤੇ ਵੱਡੀਆਂ ਰਕਮਾਂ ਜਿਹੜੀਆਂ ਸੀ, ਮਸ਼ੀਨਰੀ, ਜਿਸ ਵਿੱਚ 80% ਤੱਕ ਦੀ ਸਬਸਿਡੀ ਜਿਹੜੀ ਸੀ ਉਹ ਅਲਾਟ ਕੀਤੀ ਗਈ ਕਿ ਸਬਸਿਡੀ ਦੇਣੀ ਹੈ, ਜਿਸ ਵਿੱਚ ਬੇਲਰ ਵੀ ਨੇ, ਰੇਕਰ ਵੀ ਨੇ, ਪਲਾਓ ਨੇ, ਹੋਰ ਬਹੁਤ ਸੁਪਰ ਸੀਡਰ ਵਗੈਰਾ, ਪਤਾ ਨਹੀਂ ਕਿੰਨੀ ਕਿਸਮ ਦੀ ਮਸ਼ੀਨਰੀ ਹੈ। ਉਹ ਕਹਿੰਦੇ ਨੇ ਕਿ ਉਸ ਦੀ ਜਾਂਚ ਚੱਲ ਰਹੀ ਹੈ ਕੁਝ ਮਹੀਨਿਆਂ ਤੋਂ। ਗਰਾਊਂਡ ਉਹ ਸਭ ਕੁਝ ਮੌਜੂਦ ਨਹੀਂ ਹੈ। ਉਸ ਦੇ 90,000 ਮਸ਼ੀਨਾਂ ਦੀ ਗਿਣਤੀ ਹਿਸਾਬ ਚੱਲ ਰਿਹਾ, ਜਿਸ ਵਿੱਚ ਹਰ ਇੱਕ ਦਾ ਆਡਿਟ ਤੇ ਫਿਜ਼ੀਕਲ ਵੈਰੀਫਿਕੇਸ਼ਨ ਪੇ ਇਹ ਕਿਤੇ ਮੌਜੂਦ ਵੀ ਹੈ, ਉਹ ਸਾਰੀ ਚੱਲ ਰਹੀ ਹੈ। ਕਿਸਾਨ ਨੂੰ ਮਿਲਣ ਵਾਲੀ ਸਬਸਿਡੀ ਦੀ ਰਕਮ, ਆਧਾਰ ਕਾਰਡ ਨੰਬਰ, ਮਸ਼ੀਨ ਦੀ ਜਾਣਕਾਰੀ, ਸਾਰੇ ਜਿਹੜੇ ਨੇ ਤੇ ਲਾਭਪਾਤਰੀਆਂ ਦੇ ਨਾਮ ਵਗੈਰਾ ਸਾਰੇ ਮੈਚ ਕੀਤੇ ਜਾ ਰਹੇ ਨੇ ਕਿ ਇਹ ਕਿੱਥੇ ਹੈ ਤੇ ਕੀ ਹੈ। ਹੁਣ ਅਧਿਕਾਰੀਆਂ ਨੂੰ ਜਾਂਚ ਜਿਹੜੀ ਇਹ ਸੌਂਪੀ ਗਈ ਹੈ ਵਿਜੀਲੈਂਸ ਦੇ ਨੂੰ, ਤੇ ਵਿਜੀਲੈਂਸ ਜਿਸ ਤਰ੍ਹਾਂ ਜਿਹੜੀ ਕੰਮ ਕਰ ਰਹੀ ਹੈ ਪਿਛਲੇ ਦਿਨਾਂ ਵਿੱਚ, ਉਹਨਾਂ ਨੂੰ 15 ਦਿਨਾਂ ਦੇ ਵਿੱਚ ਰਿਪੋਰਟ ਜਿਹੜੀ ਹੈ ਛੇਤੀ ਦੇਣ ਲਈ ਆਖਿਆ ਗਿਆ। ਪਰ ਜੇ ਇਹ ਗੱਲ ਸਾਬਤ ਹੁੰਦੀ ਹੈ ਤਾਂ ਸਾਡੇ ਲਈ ਮੈਂ ਸਮਝਦਾ ਸ਼ਰਮ ਵਾਲੀ ਗੱਲ ਹੈ ਕਿ ਇਸ ਵਿੱਚ ਕੋਈ ਘਪਲਾ ਹੋਇਆ। ਤੇ ਇਹ ਵੱਡੀਆਂ ਮਗਰਮੱਛ ਨੁਮਾ ਮੱਛੀਆਂ ਜਿਹੜੀਆਂ ਸੀ, ਇਹ ਕੌਣ ਸਨ?
ਜਿਹੜੇ ਇਸ ਤਰ੍ਹਾਂ ਪੈਸੇ ਖਾ ਗਈਆਂ, ਕਿਸਾਨਾਂ ਨੂੰ ਵੀ ਕੋਈ ਫਾਇਦਾ ਨਾ ਹੋਇਆ ਤੇ ਕੇਂਦਰ ਸਰਕਾਰ ਦਾ ਜਾਂ ਪੰਜਾਬ ਸਰਕਾਰ ਦਾ ਪੈਸਾ ਜਿਹੜਾ ਸੀ ਇਸ ਤਰ੍ਹਾਂ ਖੁਰਦ-ਬੁਰਦ ਕਰ ਦਿੱਤਾ ਗਿਆ। ਇਹ ਸਾਰੀਆਂ ਗੱਲਾਂ ਵੱਲ ਸਾਨੂੰ ਸੋਚਣਾ ਪਏਗਾ। ਮਾੜੀ ਗੱਲ ਹੈ ਜੇ ਇਹ ਸਾਬਤ ਹੋ ਜਾਂਦਾ ਹੈ ਤਾਂ ਫਿਰ ਅਸੀਂ ਕੱਲ੍ਹ ਨੂੰ ਸਿਰ ਚੱਕ ਕੇ ਇਹ ਗੱਲ ਆਖੀਏ ਕਿ ਕੇਂਦਰ ਸਰਕਾਰ ਸਾਡੀ ਕੋਈ ਮਦਦ ਨਹੀਂ ਕਰਦਾ, ਸਾਡੀ ਆਹ ਨਹੀਂ ਕਰਦਾ, ਉਹ ਨਹੀਂ ਕਰਦਾ, ਜੀ ਫਿਰ ਸਾਡੇ ਤੇ ਵੀ ਸਵਾਲ ਉੱਠੇਗਾ। ਸਾਨੂੰ ਇਸ ਜਾਂਚ ਤੇ ਵੀ ਸਹਿਯੋਗ ਦੇਣਾ ਚਾਹੀਦਾ ਹੈ, ਆਪਣੇ ਕਿਸਾਨ ਹੋਣ ਦੇ ਨਾਤੇ ਵੀ, ਤੇ ਸਾਨੂੰ ਇਹਨਾਂ ਗੱਲਾਂ ਤੇ ਖਿਆਲ ਰੱਖਣਾ ਚਾਹੀਦਾ ਕਿ ਇਹੋ ਜਿਹਾ ਨਾ ਵਾਪਰੇ। ਜਿਸ ਕੰਮ ਵਾਸਤੇ ਮਸ਼ੀਨਰੀ ਆਈ ਸੀ, ਖੇਤੀਬਾੜੀ ਮਸ਼ੀਨਰੀ ਜਿਹੜੀ ਆਪਣੇ ਪਰਾਲੀ ਦੀ ਸਾਂਭ ਸੰਭਾਲ ਵਾਸਤੇ, ਜੇ ਉਹ ਕਿਸਾਨ ਦੇ ਕੋਲ ਪਹੁੰਚੀ ਨਹੀਂ ਤੇ ਵਿੱਚੋਂ ਹੀ ਕੋਈ ਖਾ ਗਿਆ, ਫਿਰ ਉਸ ਗੱਲ ਦੀ ਵੀ ਜਾਂਚ ਪ੍ਰੋਪਰ ਜਿਹੜੀ ਆ ਹੋਣੀ ਚਾਹੀਦੀ। ਹੀਰ ਸਾਹਿਬ ਤੁਸੀਂ ਬਿਲਕੁਲ ਠੀਕ ਦੱਸਿਆ। ਇੱਕ ਚੁਟਕਲਾ ਸੁਣਾਉਂਦੇ ਹੁੰਦੇ ਸੀ ਕਿ ਮੰਤਰੀ ਸਾਹਿਬ ਨੇ ਬੂਟਾ ਲਾਇਆ, ਬੱਕਰੇ ਨੇ ਬੂਟਾ ਖਾ ਲਿਆ ਤੇ ਸ਼ਾਮ ਨੂੰ, ਉਹ ਗੱਲਾਂ ਤੁਸੀਂ ਜਾਣਦੇ ਆ ਸਾਰੀਆਂ। ਤੇ ਬਿਲਕੁਲ ਇਸੇ ਤਰੀਕੇ ਨਾਲ ਇਸ ਘਪਲੇ ਦੀ ਜਿਹੜੀ ਗੱਲ ਆ ਉਹ ਇਹ ਵੀ ਕਿਹਾ ਜਾ ਰਿਹਾ, ਇਹਦੇ ਵਿੱਚ ਕਨਸੋਆਂ ਇੱਦਾਂ ਦੀਆਂ ਵੀ ਆ ਰਹੀਆਂ ਕਿ ਵਿਜੀਲੈਂਸ ਨੇ ਖੇਤੀਬਾੜੀ ਅਫਸਰਾਂ ਨੂੰ ਜਿਹੜੀ ਚਿੱਠੀ ਲਿਖੀ ਆ, ਉਹਨਾਂ ਨੇ ਬਹੁਤਿਆਂ ਨੇ ਤੇ ਉਹਦੇ 'ਚ ਜਵਾਬ ਹੀ ਨਹੀਂ ਦਿੱਤੇ। ਸ਼ਾਇਦ 16 ਕੁ ਅਫਸਰਾਂ ਨੇ ਜਵਾਬ ਹੁਣ ਤੱਕ ਨਹੀਂ ਦਿੱਤੇ। ਤੇ ਇਹ ਗੱਲ ਬਿਲਕੁਲ ਦਰੁਸਤ ਆ ਕਿ ਇਸ ਮਸਲੇ ਲਈ ਸਿਰਫ ਵਿਜੀਲੈਂਸ ਬਿਊਰੋ ਪੰਜਾਬ ਹੀ ਨਹੀਂ, ਕੇਂਦਰ ਦੀ ਏਜੰਸੀ ਵੀ ਇਸ ਮਸਲੇ ਦੀ ਜਾਣਕਾਰੀ ਜਿਹੜੀ ਆ ਉਹ ਕੱਢਣ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ। ਤੇ ਪੰਜਾਬ ਹੋਵੇ ਚਾਹੇ ਭਾਰਤ, ਇਹ ਗੱਲ ਤੇ ਪੱਕੀ ਹੋਈ ਹੈ ਕਿ ਇੱਥੇ ਕਮਿਸ਼ਨ ਸਿਸਟਮ ਤੋਂ ਬਿਨਾਂ ਕੁਝ ਕੰਮ ਜਿਹੜਾ ਹੁੰਦਾ ਹੀ ਨਹੀਂ। ਪਰ ਉਸ ਸਭ ਦੇ ਬਾਵਜੂਦ ਵੀ ਕਿਸਾਨਾਂ ਲਈ ਜੇ ਕੋਈ ਚੰਗੀ ਯੋਜਨਾ ਉੱਪਰਲੇ ਲੈਵਲ ਤੇ ਬਣਦੀ ਆ ਤੇ ਥੱਲੇ ਤੱਕ ਆਉਂਦੀ ਫਿਰ ਉਹ ਰਾਜੀਵ ਗਾਂਧੀ ਦੇ ਬਿਆਨ ਕਿ 1 ਰੁਪਈਆ ਭੇਜੀਏ ਤੇ ਕੁਝ ਪੈਸੇ ਹੀ ਬਚਦੇ ਨੇ। ਸਮਾਂ ਇੱਕ ਬ੍ਰੇਕ ਦਾ ਤੇ ਕਰਦੇ ਹਾਂ ਕੁਝ ਹੋਰ ਗੱਲਾਂ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਹੀਰ ਸਾਹਿਬ, ਕਿਸਾਨਾਂ ਦੀ ਗੱਲ ਕਰਦੇ ਸੀ ਤੇ ਕਿਸਾਨਾਂ ਨੂੰ ਪੰਜਾਬ ਸਰਕਾਰ ਨੇ ਕੋਈ ਤੋਹਫਾ, ਤੁਸੀਂ ਦੱਸ ਰਿਹਾ ਸੀ, ਦਿੱਤਾ। ਤੁਸੀਂ ਆਪ ਹੀ ਦੱਸ ਦਿਓ, ਕਿਸਾਨਾਂ ਨੂੰ ਚੰਗੀ ਖਬਰ ਕਦੇ-ਕਦੇ ਹੀ ਮਿਲਦੀ ਹੈ ਜੀ। ਇਹਨੂੰ ਤੋਹਫਾ ਲਫ਼ਜ਼ ਚਲੋ ਵਰਤ ਲੈਂਦੇ ਆ, ਤੋਹਫਾ ਹੀ ਹੁੰਦਾ ਹੈ ਉਦੋਂ ਜਦੋਂ ਤੁਹਾਨੂੰ ਮੈਕਸੀਮਮ ਕਿਸੇ ਚੀਜ਼ ਦੀ ਲੋੜ ਹੋਵੇ ਤੇ ਉਹ ਚੀਜ਼ ਤੁਹਾਡੀ ਹੋਵੇ ਵੀ ਆਪਣੀ ਤੇ ਦੂਸਰੇ ਪਾਸੇ ਵਾਲੇ ਹੱਥ ਪੱਲਾ ਨਾ ਫੜਾਉਣ ਤੇ ਫਿਰ ਉਹ ਮਿਲ ਜਾਵੇ ਤੁਹਾਨੂੰ, ਤੇ ਫਿਰ ਉਹ ਇੱਕ ਤੋਹਫਾ ਹੀ ਹੈ, ਉਹ ਹੱਕ ਹੈ। ਜਦ ਕਿ ਉਹ ਵਿਆਜ ਸਮੇਤ ਮਿਲਣਾ ਚਾਹੀਦਾ ਹੈ। ਉਹ ਵਿਆਜ ਸਮੇਤ, ਵਿਆਜ ਤੇ ਕੀ ਮਿਲਣਾ ਹੈ, ਪਰ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਹੈ ਉਹ ਮਿਲਣ ਜਾ ਰਿਹਾ ਜੀ। ਪੰਜਾਬ ਦੇ ਵਿੱਚ ਇੱਕ ਵੱਡੀ ਜਿਹੜੀ ਖੇਤੀ ਦਾ ਇੱਕ ਵੱਡਾ ਹਿੱਸਾ ਹੈ ਉਹ ਗੰਨੇ ਦੀ ਖੇਤੀ ਤੇ ਡਿਪੈਂਡ ਹੈ। ਉਹ ਇਸ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ ਦੇ ਕਿਸਾਨ, ਕੁਝ ਜ਼ਿਲ੍ਹਿਆਂ ਵਿੱਚ ਬਿਲਕੁਲ ਨਹੀਂ ਹੁੰਦੀ, ਕਿਤੇ ਬਹੁਤ ਹੀ ਜ਼ਿਆਦਾ ਡਿਪੈਂਡੈਂਸੀ ਹੈ ਜੀ। ਪਰ ਇਸ ਦੇ ਨਾਲ ਐਸੀ ਗੱਲ ਜੁੜੀ ਹੋਈ ਹੈ, ਪਾਕਿਸਤਾਨ ਵਿੱਚ ਵੀ ਇਹੋ ਹੀ ਕਹਾਣੀ ਹੈ ਕਿ ਵੱਡੇ ਸਨਅਤਕਾਰਾਂ ਨੇ ਮਿਲਾਂ ਲਾਈਆਂ ਹੋਈਆਂ ਨੇ, ਜਿਨ੍ਹਾਂ ਦੇ ਰਾਜਨੀਤਿਕ ਤੌਰ ਤੇ ਹੱਥ ਮਿਲੇ ਹੋਏ ਹੁੰਦੇ ਨੇ ਲੋਕਾਂ ਦੇ ਜੀ, ਤੇ ਉਹ ਫਿਰ ਆਪਣੀ ਮਰਜ਼ੀ ਨਾਲ ਕੰਮ ਕਰਦੇ ਨੇ, ਪੇਮੈਂਟਾਂ ਕਰਦੇ ਨੇ। ਕੁਝ ਕੁ ਮਿਲਾਂ ਦਾ ਰਿਕਾਰਡ ਤੇ ਬਹੁਤ ਸੋਹਣਾ ਹੈ ਪੰਜਾਬ ਦੇ ਵਿੱਚ, ਬਾਕੀ ਤੇ ਇਸ ਤਰ੍ਹਾਂ ਚੱਲਦੇ ਰਹੇ ਕਈ ਕਿ ਉਹਨਾਂ ਨੇ ਜ਼ਿਮੀਂਦਾਰ ਦਾ ਖਿਆਲ ਹੀ ਨਹੀਂ ਕੀਤਾ ਤੇ ਪੈਸੇ ਦੱਬ ਕੇ ਬੈਠੇ ਰਹੇ 6-6 ਮਹੀਨੇ, ਸਾਲ ਵੀ, 1.5 ਸਾਲ ਵੀ। ਇਹ ਤੇ ਪ੍ਰਾਈਵੇਟ ਲੋਕਾਂ ਦੀ ਗੱਲ ਹੋਈ। ਇਸੇ ਤਰ੍ਹਾਂ ਫਗਵਾੜਾ ਦੇ ਵਿੱਚ ਅਜੇ ਵੀ ਕਸ਼ਮਕਸ਼ ਚੱਲ ਰਹੀ ਹੈ। ਉਸ ਮਿਲ ਦੇ ਵਿੱਚ ਇੱਕ ਸਾਬਕਾ ਅਕਾਲੀ ਆਗੂ ਤੇ ਇੱਕ ਹੋਰ ਹਿੱਸੇਦਾਰ ਜੋ ਇਸ ਮਿਲ ਨੂੰ ਕਦੇ ਇਕੱਠੇ ਚਲਾਇਆ ਕਰਦੇ ਸੀ ਤੇ ਬਾਅਦ ਵਿੱਚੋਂ ਇੱਕ ਨਿਕਲ ਗਏ ਨੇ, ਤੇ ਉਹਨਾਂ ਦੇ ਬਾਰੇ ਇਸ ਫਗਵਾੜੇ ਦੀ ਮਿਲ ਨੂੰ ਜਿਹੜਾ ਹੈ ਸਹੀ ਤਰੀਕੇ ਨਾਲ ਨਾ ਚਲਾਉਣ ਦੇ ਇਲਜ਼ਾਮ ਨੇ, ਉਹ ਆਪਣੇ ਸਪਸ਼ਟੀਕਰਨ ਵੀ ਦੇ ਰਹੇ ਨੇ। ਤਕਨੀਕੀ ਗੱਲਾਂ ਨੇ, ਅਸੀਂ ਉਹਨਾਂ ਵਿੱਚ ਨਾ ਜਾਈਏ, ਪਰ ਕਿਸਾਨ ਤੇ ਖੱਜਲ ਖੁਆਰ ਹੋ ਰਿਹਾ ਨਾ। ਬਿਲਕੁਲ, ਕਿਸਾਨ ਨੂੰ ਜੋ ਉਸਨੇ ਗੰਨਾ ਮਿਲ ਨੂੰ ਦਿੱਤਾ ਹੋਇਆ ਉਸ ਦੀ ਅਦਾਇਗੀ ਤਾਂ ਨਾ ਹੋਈ। 2-3 ਸਾਲ ਤੋਂ ਖੰਡ ਦੀ ਮਾਰਕੀਟ ਬਹੁਤ ਸੋਹਣੀ ਹੈ। ਤਕਰੀਬਨ ਪੰਜਾਬ ਦੀ ਹਰ ਮਿਲ ਦੇ ਵਿੱਚ ਸ਼ਰਾਬ ਵੀ ਬਣ ਰਹੀ ਹੈ, ਬਿਜਲੀ ਵੀ ਬਣ ਰਹੀ ਹੈ। ਐਥੇਨੋਲ ਨਵਾਂ ਪ੍ਰੋਡਕਟ ਹੈ ਜਿਸ ਨੂੰ ਵੇਚ ਕੇ ਜਿਹੜਾ ਚੰਗੀ ਕਮਾਈ ਹੋ ਸਕਦੀ ਹੈ ਜੀ। ਮਿਲਾਂ ਵਾਲਿਆਂ ਦੀ ਜਿਹੜੇ ਅਕਾਊਂਟਸ ਨੇ ਉਹਨਾਂ ਦੀ ਟਰਾਂਸਪੇਰੈਂਸੀ ਨਹੀਂ ਹੈ, ਪਾਰਦਰਸ਼ਤਾ ਨਹੀਂ ਹੈ, ਲੇਕਿਨ ਜ਼ਿਮੀਂਦਾਰ ਦਾ ਪੈਸਾ ਸਭ ਤੋਂ ਪਹਿਲਾਂ ਦੱਬਿਆ ਜਾਂਦਾ ਹੈ। ਕਿਸੇ ਇੱਕ ਦਾ ਥੋੜ੍ਹਾ, ਕਿਸੇ ਇੱਕ ਦਾ ਦੱਬਿਆ ਹੋਵੇ ਤੇ ਰੌਲਾ ਪਾਵੇ, ਭਾਈ ਮੇਰੇ ਪੈਸੇ ਦਿਓ। ਜ਼ਿਮੀਂਦਾਰ ਇੱਕ ਮਿਲ ਨਾਲ ਤੇ ਹਜ਼ਾਰਾਂ ਜ਼ਿਮੀਂਦਾਰ ਲੱਗੇ ਹੁੰਦੇ ਨੇ, ਉਹ ਹਰ ਇੱਕ ਦੇ ਦੱਬ ਲਓ, ਇਕੱਠੇ ਹੋ ਕੇ ਕਿੱਥੋਂ ਬੈਠਣਗੇ? ਪਰ ਨਹੀਂ, ਜ਼ਿਮੀਂਦਾਰਾਂ ਨੇ ਇਕੱਠ ਵਿਖਾਇਆ, ਸਰਕਾਰ ਤੇ ਮਿਲ ਮਾਲਕਾਂ ਦੀ ਧੌਣ ਤੇ ਗੋਡਾ ਰੱਖਿਆ ਗਿਆ ਤੇ ਸਰਕਾਰ ਨੂੰ ਹੁਣ ਝੁਕਣਾ ਪੈ ਰਿਹਾ ਤੇ ਮਿਲ ਮਾਲਕ ਵੀ ਸਪਸ਼ਟੀਕਰਨ ਦੇ ਰਹੇ ਨੇ ਕਿ ਸਾਡੀ ਆਹ ਗੱਲ ਹੈ। ਹੁਣ ਗੱਲ ਇਹ ਤੇ ਪ੍ਰਾਈਵੇਟ ਮਿਲ ਮਾਲਕਾਂ ਦੀ ਗੱਲ ਹੋਈ। ਸਰਕਾਰ ਅੱਜ ਤੱਕ ਕੀ ਕਰਦੀ ਰਹੀ? ਫਗਵਾੜੇ ਦੀ ਮਿਲ ਵੀ ਕਦੇ ਸਹਿਕਾਰੀ ਮਿਲ ਹੋਇਆ ਕਰਦੀ ਸੀ, ਸਰਕਾਰੀ ਸੀ, ਫਿਰ ਹੌਲੀ-ਹੌਲੀ ਪ੍ਰਾਈਵੇਟ ਨੂੰ ਵੇਚ ਦਿੱਤੀ। ਹੋਰ ਵੀ ਪੰਜਾਬ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਨੇ
ਕਿ ਕੋਆਪਰੇਟਿਵ ਮਿਲਾਂ ਜਿਹੜੀਆਂ ਸੀ ਉਹ ਪ੍ਰਾਈਵੇਟ ਨੂੰ ਦੇ ਦਿੱਤੀਆਂ ਗਈਆਂ, ਇਹ ਕਹਿ ਕੇ ਸਾਡੇ ਕੋਲੋਂ ਨਹੀਂ ਚੱਲਦੀਆਂ ਭਾਈ, ਸਾਡੇ ਕੋਲੋਂ ਪੈਸੇ ਨਹੀਂ ਦੇ ਹੁੰਦੇ, ਆਹ ਹੋ ਗਿਆ ਉਹ ਹੋ ਗਿਆ, ਦੇ ਦਿੱਤੀਆਂ। ਜੀ ਇਸੇ ਤਰ੍ਹਾਂ ਹੋਰ ਜਿਹੜੀਆਂ ਮਿਲਾਂ ਅਜੇ ਵੀ ਸਹਿਕਾਰੀ ਹਨ, ਕੋਆਪਰੇਟਿਵ ਨੇ, ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਨਹੀਂ ਚਲਾਇਆ ਜਾ ਰਿਹਾ। ਸਰਕਾਰਾਂ ਪੈਸੇ ਦੱਬ ਕੇ ਬਹਿ ਜਾਂਦੀਆਂ ਨੇ। ਉਹ ਉਹਨਾਂ ਦੀ ਬਣਾਈ ਹੋਈ ਗੰਨੇ ਦੀ ਖੰਡ ਕਦੋਂ ਦੀ ਵਿਕ ਗਈ ਹੈ, ਨਹੀਂ ਵਿਕੀ ਹੈ, ਤੁਹਾਡੇ ਸਟਾਕ 'ਚ ਭਾਈ ਜੋ ਮਰਜ਼ੀ ਹੋਵੇ ਭਾਈ, ਕੁਝ ਜਨਰੇਸ਼ਨ ਦੇ ਥਰੂ ਬਿਜਲੀ ਵੀ ਬਣਾਈ ਜਾ ਰਹੀ ਹੈ, ਤੁਸੀਂ ਪਰ ਆਪਣੇ ਜ਼ਿਮੀਂਦਾਰਾਂ ਦਾ ਪੈਸਾ ਤਾਂ ਦਿਓ ਨਾ। ਇਸੇ ਤਰ੍ਹਾਂ ਸਰਕਾਰ ਨੇ 2 ਵੱਡੀਆਂ ਕਿਸ਼ਤਾਂ ਜਿਹੜੀਆਂ ਸੀ ਪਿਛਲੇ ਦਿਨਾਂ 'ਚ ਜਾਰੀ ਕਰ ਦਿੱਤੀਆਂ। ਇੱਕ ਤੇ ਅੱਜ ਹੀ ਕੀਤੀ ਹੈ 100 ਕਰੋੜ ਦੇ ਲਾਗੇ, ਅਗਲੀ ਉਹਨਾਂ ਨੇ ਕਿਹਾ ਕਿ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਅਸੀਂ ਇੰਨੀ ਹੀ ਰਕਮ ਹੋਰ ਜਾਰੀ ਕਰ ਦੇਵਾਂਗੇ। ਪ੍ਰਾਈਵੇਟ ਇੱਕ ਪਾਸੇ, ਇਹ ਜਿਹੜੀ ਰਕਮ ਜਾਰੀ ਕਰ ਰਹੀ ਹੈ ਸਰਕਾਰ, ਪੰਜਾਬ ਸਰਕਾਰ, ਇਹ ਉਹ ਪੈਸਾ ਹੈ ਜੋ ਸਰਕਾਰੀ ਮਿਲਾਂ ਵੱਲ ਜਿਹੜਾ ਹੈ ਕਿਸਾਨਾਂ ਦਾ ਬਕਾਇਆ ਖੜਾ ਹੈ ਜੀ ਔਰ ਮੈਂ ਸਮਝਦਾ ਕਿ ਸਰਕਾਰ ਨੂੰ ਅੱਜ ਤੋਂ ਨੀਤੀ ਬਣਾ ਦੇਣੀ ਚਾਹੀਦੀ ਹੈ। ਇਹ ਜਿੰਨੇ ਮਿਲਾਂ ਨੇ ਸਾਡੀਆਂ, ਉਹਨਾਂ ਵਿੱਚ ਵੱਡੇ ਵੱਡੇ ਅਹੁਦੇਦਾਰ ਅਹੁਦੇ ਲੈਣ ਵਾਸਤੇ ਲੜਾਈਆਂ ਪੜਾਈਆਂ ਹੁੰਦੀਆਂ ਨੇ ਤੇ ਰਾਜਨੀਤਿਕ ਦਾਅ ਪੇਚ ਖੇਡੇ ਜਾਂਦੇ ਨੇ। ਉਹਨਾਂ ਸਾਰੀਆਂ ਗੱਲਾਂ ਨੂੰ ਛੱਡ ਕੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਭਾਈ ਸਹਿਕਾਰੀ ਮਿਲ, ਜੇ ਤੁਸੀਂ ਇਸ ਦੇ ਕੋਈ ਅਹੁਦੇਦਾਰ ਬਣਨਾ ਹੈ ਤੇ ਆਹ ਸ਼ਰਤਾਂ ਕਿਸਾਨਾਂ ਦੀਆਂ ਤੁਹਾਨੂੰ ਸੁਣਨੀਆਂ ਪੈਣਗੀਆਂ। ਜੀ ਇਹ ਨਿਯਮ, ਸਰਕਾਰ ਇੱਕ ਵਾਰੀ ਪੇਮੈਂਟ ਦੇ ਕੇ ਖੜਾ ਛੁੱਟਣ ਵਾਲਾ ਨਹੀਂ ਹੈ। ਹੋਰ 3 ਮਹੀਨੇ ਨੇ, ਅਗਲਾ ਸੀਜ਼ਨ ਆਉਣ ਵਾਲਾ, ਉਦੋਂ ਅਗਲੀ ਪੇਮੈਂਟ ਵੀ ਚਾਹੀਦੀ ਹੈ। ਤੁਸੀਂ ਤਾਂ ਜੇ ਪਿਛਲੀਆਂ ਤੇ ਬੈਠੇ ਹੋਏ ਹੋ, ਜਿਹੜਾ ਮਾਰਚ ਅਪ੍ਰੈਲ ਵਿੱਚ ਖਤਮ ਹੋ ਗਿਆ, ਤੁਸੀਂ ਅੱਜ ਪੇਮੈਂਟਾਂ ਦੇ ਰਹੇ ਹੋ ਉਹਦੀਆਂ ਕਿਸਾਨ ਨੂੰ, ਤੇ ਕਿਸਾਨ ਕੋਈ ਉਸ ਦਾ ਵਿਆਜ ਨਹੀਂ ਹੈ, ਕਿਸਾਨ ਔਖਾ ਹੈ, ਕਿਸਾਨ ਦੀ ਜੇਬ 'ਚ ਕੋਈ ਪੈਸਾ ਨਹੀਂ ਹੈ। ਕੀ ਇਹੋ ਜਿਹਾ ਕੰਮ, ਇਹ ਨਿਕੰਮਾ ਕੰਮ ਹੈ ਸਾਰਾ। ਇਸ ਨੂੰ ਮੈਂ ਸਮਝਦਾ ਬਹੁਤ ਜ਼ਿਆਦਾ ਰੈਕਟੀਫਾਈ ਕਰਨ ਦੀ ਲੋੜ ਹੈ ਔਰ ਇਸ ਪ੍ਰਤੀ ਪੱਕੀ ਨੀਤੀ ਬਣਾਵੇ ਸਰਕਾਰ, ਤਾਂ ਕਿ ਕੋਈ ਇਸ ਤਰ੍ਹਾਂ ਦਾ ਕਿਸਾਨਾਂ ਦਾ ਪੈਸਾ ਮਿਸਯੂਜ਼ ਨਾ ਕਰ ਸਕੇ। ਖੇਤੀ ਉਤਪਾਦਕ ਤੋਂ ਬਿਨਾਂ ਸ਼ਾਇਦ ਹੀ ਦੁਨੀਆ ਦਾ ਕੋਈ ਐਸਾ ਵਪਾਰੀ ਹੋਵੇਗਾ ਜਿਹੜਾ ਆਪਣੀ ਚੀਜ਼, ਆਪਣੀ ਉਤਪਾਦ ਵੇਚ ਕੇ ਸਾਲ-ਸਾਲ 2-2 ਸਾਲ ਭਟਕਦਾ ਰਹੇ ਤੇ ਉਹਨੂੰ ਪੈਸੇ ਦੇਣ ਤੋਂ ਬਾਅਦ ਸਰਕਾਰਾਂ ਆਪਣੀ ਪਿੱਠ ਵੀ ਥਾਪੜਨ ਕਿ ਅਸੀਂ ਤੁਹਾਡੇ ਪੈਸੇ ਦੇ ਦਿੱਤੇ ਨੇ। ਹੋਣੀ ਹੈ ਪੰਜਾਬ ਦੀ ਜਾਂ ਸਾਰੀ ਦੁਨੀਆ ਦੇ, ਕੁੱਲ ਦੁਨੀਆ ਦੇ ਕਿਸਾਨਾਂ ਦੀ, ਚਾਹੇ ਉਹ ਕੌਫੀ ਦੇ ਉਤਪਾਦਨ ਹੋਣ, ਚਾਹੇ ਉਹ ਕੋਕੋਆ ਦੇ ਉਤਪਾਦਕ ਹੋਣ ਤੇ ਚਾਹੇ ਉਹ ਗੰਨੇ ਦੇ ਉਤਪਾਦਕ ਹੋਣ। ਹੀਰ ਸਾਹਿਬ, ਸਵਾਲ ਬਦਲੀਏ, ਅਗਲੇ ਸਵਾਲ ਦੀ ਗੱਲ ਕਰੀਏ। ਪੰਜਾਬ ਦੀ ਹੀ ਇੱਕ ਬਾਰ ਐਸੋਸੀਏਸ਼ਨ ਹੈ, ਜਿਹੜੀ ਵਕੀਲਾਂ ਦੀ ਇੱਕ ਸੁਸਾਇਟੀ ਹੈ, ਉੱਥੋਂ ਇਹ ਖਬਰ ਨਿਕਲ ਕੇ ਆਈ ਹੈ ਕਿ ਕੋਈ 150 ਦੇ ਕਰੀਬ ਵਕੀਲ ਹੀ ਨਕਲੀ ਨਿਕਲ ਆਏ ਜੀ। ਨਕਲੀ ਬੀਜ, ਨਕਲੀ ਖਾਦਾਂ ਤੇ ਬਹੁਤ ਕੁਝ ਹੁੰਦਾ ਸੀ। ਹੁਣ ਅਜਿਹੇ ਵਕੀਲਾਂ ਦੀ ਇੱਕ ਗਿਣਤੀ ਮਿਲੀ ਹੈ ਜਿਨ੍ਹਾਂ ਦੇ ਕੋਲ ਰਜਿਸਟ੍ਰੇਸ਼ਨ ਹੀ ਨਹੀਂ ਸਨ, ਜੇ ਸਨ ਤੇ ਉਹ ਨਕਲੀ ਸਨ। ਇਹ ਕੀ ਕਾਲਾ ਮਾਲਾ ਕੀਤਾ ਜੀ? 10 ਅਗਸਤ ਨੂੰ ਇੱਕ ਘਪਲਾ ਜਿਹੜਾ ਉਜਾਗਰ ਹੋਇਆ। ਜੀ ਵੈਸੇ ਇਹ ਅੰਦਰ ਖਾਤੇ ਜਿਹੜਾ ਸੀ, ਅੰਡਰ ਦਾ ਕਾਰਪੈਟ, ਅੰਡਰ ਕਰੰਟ 'ਚ ਕਾਫੀ ਦਿਨਾਂ ਦਾ ਸੀ। ਜੀ ਬਾਰ ਕੌਂਸਲ ਪੰਜਾਬ ਤੇ ਹਰਿਆਣਾ ਦੀ ਜਿਹੜੀ ਹੈ, ਉਹਨਾਂ ਦੀ ਅਨੁਸ਼ਾਸਨੀ ਕਮੇਟੀ ਨੇ ਲੁਧਿਆਣੇ ਸ਼ਹਿਰ ਦੇ 140 ਵਕੀਲਾਂ ਦੇ ਕੰਮਕਾਜ ਕਰਨ ਤੇ ਪਾਬੰਦੀ ਲਾ ਦਿੱਤੀ ਹੈ ਜੀ ਔਰ ਉਹਨਾਂ ਨੂੰ ਕਿਸੇ ਵੀ ਕੋਰਟ ਦੇ ਵਿੱਚ, ਕਿਸੇ ਵੀ ਕੇਸ ਦੇ ਵਿੱਚ ਪੇਸ਼ ਹੋਣ ਤੋਂ ਰੋਕ ਦਿੱਤਾ ਗਿਆ ਹੈ। ਹੁਣ ਇਹ ਜਿਹੜੀ 140 ਵਕੀਲਾਂ ਦੀ ਸੂਚੀ ਹੈ, ਇਹ ਕਿਉਂ ਹੈ ਬਣੀ ਹੈ, ਇਹ ਮੈਂ ਥੋੜ੍ਹੀ ਜਿਹੀ ਤਫਸੀਲ ਨਾਲ ਬਿਆਨ ਕਰਦਾ। ਪਰ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਨੂੰ ਵੀ ਜਿਹੜਾ ਇਹ ਕੇਸ ਫਾਰਵਰਡ ਕਰ ਦਿੱਤਾ ਗਿਆ ਤੇ FIR ਦਰਜ ਕਰਨ ਲਈ ਆਖ ਦਿੱਤਾ ਗਿਆ। ਜੀ ਅਸਲ ਵਿੱਚ 3 ਵਿਅਕਤੀਆਂ ਦੀ ਕਹਾਣੀ ਹੈ ਉਹ। ਇੱਕ ਐਡਵੋਕੇਟ ਡੇਵਿਡ ਗਿੱਲ ਨੇ, ਉਹ ਦੂਸਰੇ ਐਡਵੋਕੇਟ ਪਰਮਿੰਦਰ ਸਿੰਘ ਗਿੱਲ ਨੇ, ਇੱਕ ਹੋਰ ਤੀਸਰੇ ਦਾ ਨਾਮ ਵੀ ਆਉਂਦਾ। ਉਹ ਇਹ ਤਿੰਨਾਂ ਬਾਰੇ ਦੱਸਿਆ ਜਾਂਦਾ ਕਿ ਤਿੰਨੇ ਬਚਪਨ ਦੇ ਦੋਸਤ ਨੇ, ਇੱਕ ਦੂਸਰੇ ਨੂੰ ਜਾਣਦੇ ਨੇ, ਜੋ ਕਿਹਾ ਜਾ ਰਿਹਾ ਇੱਕ ਦੂਸਰੇ ਵੱਲੋਂ ਉਹਨਾਂ ਤੇ। ਜੀ ਕਿਸੇ ਗੱਲੋਂ ਨਾਰਾਜ਼ ਹੋ ਕੇ ਡੇਵਿਡ ਗਿੱਲ ਨੇ ਇੱਕ ਪਟੀਸ਼ਨ ਦਾਇਰ ਕਰ ਦਿੱਤੀ, ਜਿਸ ਵਿੱਚ ਇਹ ਕਿਹਾ ਕਿ ਇਹ ਪਰਮਿੰਦਰ ਸਿੰਘ ਗਿੱਲ ਜਿਹੜਾ ਹੈ, ਇਸ ਦੀ ਡਿਗਰੀ ਫਰਜ਼ੀ ਹੈ, ਜਾਲੀ ਹੈ, ਇਸ ਦੀ ਜਾਂਚ ਕੀਤੀ ਜਾਵੇ। ਜੀ ਹੁਣ ਉਹ ਐਡਵੋਕੇਟ ਦੇ ਤੌਰ ਤੇ ਹਰਿਆਣਾ ਬਾਰ ਕੌਂਸਲ ਦੇ ਵਿੱਚ ਰਜਿਸਟਰਡ ਹੈ, ਪਰ ਕੋਈ ਡਿਗਰੀ ਨਹੀਂ ਕੀਤੀ ਹੋਈ, ਇਹ ਆਖ ਦਿੱਤਾ ਗਿਆ। ਜੀ ਇਸ ਕੰਪਲੇਂਟ ਦੇ ਉੱਪਰ ਕਾਰਵਾਈ ਕਰਦੇ ਬਾਰ ਕੌਂਸਲ ਆਫ ਪੰਜਾਬ ਤੇ ਹਰਿਆਣਾ ਨੇ ਇੱਕ ਡਿਸਪਲਿਨਰੀ ਕਮੇਟੀ ਬਣਾਈ ਔਰ ਉਸ ਵਿੱਚ 3-4 ਵਿਅਕਤੀਆਂ ਨੂੰ ਸ਼ਾਮਲ ਕਰਕੇ ਜਾਂਚ ਕਰਨ ਦਾ ਜ਼ਿੰਮਾ ਜਿਹੜਾ ਸੀ ਸੌਂਪਿਆ ਗਿਆ। ਹੁਣ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਤੇ ਲਾਇਸੈਂਸ ਤੇ ਵੋਟਰ ਸੂਚੀਆਂ ਜਿਹੜੀਆਂ ਇਹਨਾਂ ਦੀਆਂ ਹੁੰਦੀਆਂ ਨੇ, ਉਹਨਾਂ ਸਾਰਿਆਂ ਨੂੰ ਮੈਚ ਕੀਤਾ ਜਦੋਂ ਕਿ 2000 ਤੋਂ 2021 ਤੱਕ ਦੇ ਰਿਕਾਰਡ ਜਦੋਂ ਖੋਲ੍ਹੇ ਗਏ ਕਿ 140 ਐਡਵੋਕੇਟ ਅਜਿਹੇ ਨੇ ਜਿਨ੍ਹਾਂ ਦੇ ਰਿਕਾਰਡ ਇੱਕ ਦੂਸਰੇ ਨਾਲ ਮੈਚ ਨਹੀਂ ਕਰਦੇ। ਜੀ ਕਮੇਟੀ ਨੇ ਕਿਹਾ ਕਿ ਜਦੋਂ RTI ਦੇ ਜ਼ਰੀਏ ਜਿਹੜੀ ਸੀ ਕੌਂਸਲ ਤੋਂ ਇਹ ਰਿਪੋਰਟ ਮੰਗੀ ਗਈ ਪਰਮਿੰਦਰ ਸਿੰਘ ਗਿੱਲ ਦੇ ਬਾਰੇ, ਉਹਨੇ ਕਿਹਾ ਕਿ ਇੱਕ ਉਸ ਦਾ ਜੋ ਰਜਿਸਟ੍ਰੇਸ਼ਨ ਨੰਬਰ ਹੈ,
ਉਹ ਪ੍ਰਿੰਸ ਰੂਪ ਰਾਏ ਕੋ ਪਟਿਆਲਾ ਦਾ ਸੀ, ਉਸ ਦੇ ਨਾਮ ਤੇ ਜਾਰੀ ਹੋਇਆ ਸੀ ਤੇ ਵਰਤ ਉਹਨੂੰ ਇਹ ਰਹੇ ਸੀ। ਜੀ ਤੇ ਇਹਦਾ ਮਤਲਬ ਇਹ ਹੋਇਆ ਅਖੀਰ ਸਾਹਿਬ ਤੇ ਹੋਈ ਗੱਲ ਕਿ 2018 ਦੇ ਵਿੱਚ ਪਰਮਿੰਦਰ ਸਿੰਘ ਨੇ ਜਿਹੜੇ ਸੀ ਉਹ ਨਕਲੀ ਦਸਤਾਵੇਜ਼ਾਂ ਦੇ ਨਾਲ ਆਪਣੀ ਰਜਿਸਟ੍ਰੇਸ਼ਨ ਕਰਵਾ ਲਈ। ਜੀ ਇੱਥੇ ਹੀ ਨਹੀਂ, ਫਿਰ ਜਦੋਂ ਜਿਵੇਂ ਕਹਿੰਦੇ ਨੇ ਨਾ ਕਿ ਉਹ ਫਿਰ ਇੱਕ ਹੱਥ ਪਿਆ ਤੇ ਪਤਾ ਨਹੀਂ ਉਹਦੇ ਵਿੱਚੋਂ ਕੀ ਨਿਕਲਣਾ ਹੈ। ਜੀ ਫਿਰ ਇੱਥੋਂ ਫਿਰ ਪੂਰਾ ਫਿਰ ਖੁਲਾਸਾ ਹੁੰਦਾ ਹੈ। ਇਸ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਹੁੰਦੇ ਨੇ। ਸੁਖਮਨੀ ਸਿੰਘ ਆ ਗਏ ਨੇ, ਫਿਰ ਪ੍ਰਜਾਪਤੀ ਜੀ ਆ ਗਏ ਨੇ। ਦੀਪਕ ਪ੍ਰਜਾਪਤੀ ਜਿਹੜੇ ਨੇ ਉਹਨਾਂ ਤੇ ਇਲਜ਼ਾਮ ਹੈ ਕਿ ਉਹ ਇਸ ਤਰ੍ਹਾਂ ਵਕੀਲਾਂ ਕੋਲੋਂ ਨੇ, ਵਕੀਲ ਤੇ ਬਾਅਦ ਵਿੱਚ ਬਣਦੇ ਨੇ, ਤੇ ਉਹ ਇਸ ਤਰ੍ਹਾਂ ਵਿਅਕਤੀਆਂ ਕੋਲੋਂ 1.5 ਤੋਂ 3 4 5 6 ਲੱਖ ਤੱਕ ਰੁਪਏ ਲੈਂਦੇ ਸੀ ਜੀ ਤੇ ਉਹਨਾਂ ਨੂੰ ਆਨਲਾਈਨ ਕੋਰਸ ਦੇ ਥਰੂ ਇੱਕ ਸਰਟੀਫਿਕੇਟ ਜਿਹੜਾ ਸੀ ਉਹ LLB ਦਾ ਜਿਹੜਾ ਸੀ ਉਹ ਦੇ ਦਿੰਦੇ ਸੀ ਕਿ ਡਿਗਰੀ ਤੁਹਾਡੀ ਹੋ ਗਈ ਹੈ ਤੇ ਤੁਸੀਂ ਹੁਣ ਵਕੀਲ ਬਣ ਸਕਦੇ ਹੋ। ਜੀ ਔਰ ਇਹਨਾਂ ਨੇ ਕਿਹਾ ਕਿ 5 ਸਾਲਾ ਕੋਰਸ ਜਿਹੜਾ ਸੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਦਾ ਸਰਟੀਫਿਕੇਟ ਜਿਹੜਾ ਉਹਨਾਂ ਨੂੰ ਦਿੱਤਾ ਗਿਆ। ਜੀ ਹੁਣ ਉਹ ਅਸਲੀ ਹੈ ਜਾਂ ਨਕਲੀ ਹੈ ਜਾਂ ਆਨਲਾਈਨ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ, ਇਹ ਤੇ ਸਾਰੇ ਜਿਹੜੇ ਨੇ ਉਹ ਜਾਣਨ ਕਿ ਇਹ ਜਾਂਚ ਇਸ ਦੀ ਬਰੀਕੀ ਨਾਲ ਹੋਵੇਗੀ। ਜਦੋਂ ਹੌਲੀ ਸਾਰਾ ਕੁਝ ਖੁੱਲਦਾ ਹੈ ਤੇ 140 ਦੀ ਸੂਚੀ ਜਿਹੜੀ ਆ ਤਿਆਰ ਹੋ ਜਾਂਦੀ ਹੈ। ਜੀ ਹੁਣ ਅਚਾਨਕ ਉਹਨਾਂ ਨੂੰ ਰੋਕ ਦਿੱਤਾ ਗਿਆ ਕੇਸ ਲੜਨ ਤੋਂ, ਪੇਸ਼ ਹੋਣ ਤੋਂ। ਜੀ ਜਰਾ ਉਹਨਾਂ ਲੋਕਾਂ ਦਾ ਸੋਚੋ ਜਿਨ੍ਹਾਂ ਦੇ ਕੇਸ ਇਹਨਾਂ ਕੋਲ ਪੈਂਡਿੰਗ ਪਏ ਹੋਏ ਨੇ ਤੇ ਜਿਹੜੇ ਕੇਸ ਇਹਨਾਂ ਨੇ ਅਜੇ ਤੱਕ ਫਾਈਟ ਕੀਤੇ ਨੇ, ਲੋਕਾਂ ਤੋਂ ਲੱਖਾਂ ਰੁਪਏ ਉਗਰਾਏ ਹੋਣਗੇ ਜੀ ਨਕਲੀ ਵਕੀਲ ਬਣ ਕੇ, ਉਹਨਾਂ ਦਾ ਕੀ ਬਣੇਗਾ? ਕਈ ਕੇਸ ਹਾਰ ਗਏ ਹੋਣਗੇ, ਜ਼ਿੰਦਗੀਆਂ ਖਰਾਬ ਹੋ ਗਈਆਂ ਹੋਣਗੀਆਂ, ਕਈ ਜਿੱਤ ਗਏ ਹੋਣਗੇ ਤੇ ਪਤਾ ਨਹੀਂ ਕੀ ਬਣਿਆ ਹੋਵੇਗਾ। ਇਹ ਇੱਥੇ ਹੀ ਨਹੀਂ, ਹੋਰ ਵੀ ਡਿਸਟ੍ਰਿਕਟ ਦੇ ਵਿੱਚ ਹੋਰ ਥਾਵਾਂ ਤੇ ਵੀ ਅਜਿਹੇ ਕੇਸ ਹੋ ਸਕਦੇ ਨੇ ਜੇ ਬਾਰੀਕੀ ਨਾਲ ਜਾਂਚ ਹੋਵੇ। ਜੀ ਤੁਹਾਨੂੰ ਯਾਦ ਹੋਵੇਗਾ ਕਿ ਅੱਜ ਤੋਂ ਕਈ ਸਾਲ ਪਹਿਲਾਂ ਭਾਰਤ ਦੀਆਂ ਕੁਝ ਪ੍ਰਮੁੱਖ ਏਅਰਲਾਈਨਾਂ ਦੇ ਪਾਇਲਟਾਂ ਦੇ ਦਸਤਾਵੇਜ਼ ਵੀ ਨਕਲੀ ਨਿਕਲੇ ਸਨ। ਬਿਲਕੁਲ ਜਿਹੜੀ ਡਾਕੂਮੈਂਟ ਫੋਰਜਿੰਗ ਦਾ ਕੰਮ ਹੈ ਇਸ ਵੱਡੇ ਪੱਧਰ ਤੇ ਹੁੰਦਾ ਹੈ, ਜੀ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਫਿਰ ਹੁੰਦਾ ਕੀ ਹੈ ਜਦੋਂ ਇੰਨੇ ਵੱਡੇ ਪੱਧਰ ਤੇ ਫੋਰਜਿੰਗ ਹੁੰਦੀ ਹੈ, ਫਿਰ ਜਿਹੜੇ ਅਸਲੀ ਡਾਕੂਮੈਂਟਸ ਵਾਲੇ ਹੁੰਦੇ ਨੇ ਬੰਦੇ, ਉਹਨਾਂ ਨੂੰ ਆਪਣੇ ਡਾਕੂਮੈਂਟ ਜਿਹੜੇ ਸੀ ਉਹ ਸਹੀ ਕਰਵਾਉਣ ਵਾਸਤੇ, ਉਹਨਾਂ ਨੂੰ ਕਿਤੇ ਦਾਖਲ ਕਰਨ ਵਾਸਤੇ, ਪੇਸ਼ ਕਰਨ ਵਾਸਤੇ, ਉਹਨਾਂ ਨੂੰ ਫਿਰ ਦਿਨ ਰਾਤ ਰੱਦਦ ਕਰਨਾ ਪੈਂਦਾ ਹੈ, ਉਹਨਾਂ ਨੂੰ ਭਜਣਾ ਪੈਂਦਾ। ਉਹ ਵਿਚਾਰੇ ਭੱਜੇ ਫਿਰਦੇ ਨੇ ਤੇ ਇਹ ਲੋਕ ਆਰਾਮ ਨਾਲ ਬੈਠੇ ਹੋਏ ਡਿਗਰੀਆਂ ਪਤਾ ਨਹੀਂ ਕਿੱਥੋਂ ਪ੍ਰਿੰਟਰ ਚੋਂ ਖਿੱਚ ਲੈਂਦੇ ਨੇ, ਕੱਢ ਲੈਂਦੇ ਨੇ, ਪ੍ਰਿੰਟ ਕਰ ਲੈਂਦੇ ਨੇ ਤੇ ਜਾ ਕੇ ਵਕੀਲ ਬਣ ਤੇ ਹੋਰ ਪਤਾ ਨਹੀਂ ਕਿਹੜੇ ਅਧਿਆਪਕ ਕੋਈ ਬਣ ਜਾਂਦਾ ਹੈ, ਕੋਈ ਪਾਇਲਟ ਬਣ ਜਾਂਦਾ, ਕੋਈ ਡਾਕਟਰ ਬਣ ਜਾਂਦਾ। ਬਹੁਤ ਕੇਸ ਇਸ ਤਰ੍ਹਾਂ ਦੇ ਹੋਏ ਨੇ ਔਰ ਇਹ ਸਾਨੂੰ ਸਰਕਾਰਾਂ ਨੂੰ ਆਪਣੇ ਤੌਰ ਤੇ ਸਤਰਕ ਰਹਿਣ ਦੀ ਲੋੜ ਹੈ। ਆਮ ਵਿਅਕਤੀ ਇਸ ਵਿੱਚ ਕੀ ਕਰ ਸਕਦਾ ਹੈ ਕਿ ਅਸੀਂ ਕਈ ਵਾਰੀ ਸਾਨੂੰ ਪਤਾ ਵੀ ਹੁੰਦਾ ਹੈ ਕਿ ਆ ਫਲਾਣਾ ਵਿਅਕਤੀ ਇਸ ਤਰ੍ਹਾਂ ਡੂਬੀਅਸ ਹੋ ਸਕਦਾ ਹੈ, ਅਸੀਂ ਛੱਡੋ ਪਰੇ ਵਾਲਾ ਕੰਮ ਜਿਹੜਾ ਉਹ ਸੋਚ ਲੈਂਦੇ ਹਾਂ, ਪਰ ਅਸਲੋਂ ਇਹ ਜੋ ਯੋਗ ਵਿਅਕਤੀ ਹੁੰਦੇ ਨੇ, ਜੋ ਸਹੀ ਵਿਅਕਤੀ ਹੁੰਦੇ ਨੇ, ਉਹਨਾਂ ਦਾ ਨੁਕਸਾਨ ਹੁੰਦਾ ਹੈ। ਕਮੇਟੀ ਜਿਹੜੀ ਇਹ ਬਣੀ ਹੋਈ ਹੈ, ਉਹਨਾਂ ਨੇ ਸਾਰੇ ਸੰਬੰਧਿਤ ਲੋਕਾਂ ਨੂੰ ਨੋਟਿਸ ਭੇਜੇ ਹੋਏ ਨੇ। ਪ੍ਰਜਾਪਤੀ ਜੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਡਿਗਰੀਆਂ ਕਰਵਾ ਕੇ ਦਿੰਦੇ ਸੀ, ਉਹਨਾਂ ਨੂੰ ਵੀ ਨੋਟਿਸ ਗਏ ਨੇ ਤੇ ਉਹ ਪੇਸ਼ ਨਹੀਂ ਹੋਏ। ਕੁਝ ਹੋਰ ਲੋਕਾਂ ਨੂੰ ਵੀ ਗਏ ਹੋਏ ਨੇ। ਇਹ ਜਿਹੜਾ ਖਜ਼ਾਨਾ ਲੱਭਾ ਹੈ ਨਾ, ਇਹ ਇੰਨਾ ਵੱਡਾ 140 ਦਾ, ਮੈਂ ਉਮੀਦ ਕਰਦਾ ਕਿ ਇੱਥੇ ਹੀ ਗੱਲ ਨਾ ਰੁਕੇ, ਇਹ ਗਾਂਹ ਵੀ ਵਧੇ ਤੇ ਹੋਰਨਾਂ ਪਾਸੇ ਵੀ ਇਸ ਤਰ੍ਹਾਂ ਜਿਹੜੀ ਖੋਜ ਹੈ ਉਹ ਹੋਣੀ ਚਾਹੀਦੀ ਤਾਂ ਕਿ ਪਤਾ ਲੱਗ ਸਕੇ ਕਾਲੀਆਂ ਭੇਡਾਂ ਕਿੱਥੇ ਕਿੱਥੇ ਨੇ। ਬਿਲਕੁਲ, ਅਸੀਂ ਕਈ ਵਾਰ ਇਦਾਂ ਦੇਖਿਆ ਕਿ ਨਕਲੀ ਡਿਗਰੀਆਂ ਲੈ ਕੇ ਕੋਈ ਨੌਕਰੀ ਲੈ ਲਈ ਤੇ ਰਿਟਾਇਰਮੈਂਟ ਤੋਂ ਬਾਅਦ ਵੀ ਪਤਾ ਲੱਗਿਆ ਤੇ ਬਹੁਤ ਸਾਰੇ ਡਾਕਟਰਸ ਬਿਨਾਂ ਡਿਗਰੀ ਤੋਂ ਆਪਰੇਸ਼ਨ ਕਰਦੇ ਰਹਿੰਦੇ ਨੇ, ਪਰ ਬਿਨਾਂ ਡਿਗਰੀ ਤੋਂ ਵਕੀਲ ਨਿਆਂ ਪ੍ਰਣਾਲੀ ਦੇ ਵਿੱਚ ਲੜਦੇ ਪਹਿਲੀ ਵਾਰ ਦੇਖੇ ਨੇ ਤੇ ਇਹ ਬਹੁਤ ਵੱਡੀ ਗਿਣਤੀ ਹੈ। ਤੇ ਤੁਸੀਂ ਵਜ੍ਹਾ ਫਰਮਾਇਆ ਕਿ ਇਹ ਲੋਕ ਕਿਵੇਂ ਦਾ ਨਿਆਂ ਦਿੰਦੇ ਹੋਣਗੇ ਤੇ ਕਿਸ ਹੱਕ ਨਾਲ ਉਹ ਫੀਸਾਂ ਵਸੂਲਦੇ ਹੋਣਗੇ। ਬਸ ਮੇਰਾ ਭਾਰਤ ਮਹਾਨ ਹੀ ਹੈ ਜੀ। ਪ੍ਰੋਗਰਾਮ ਨੂੰ ਵਿਰਾਮ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਸਾਡੇ ਮੁਲਕ 'ਚੋਂ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹ ਅੱਗੇ ਤੋਂ ਨਾ ਹੋਣ ਤੇ ਕੁਝ ਚੰਗੀਆਂ ਗੱਲਾਂ ਕਰੀਏ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਦਰਸ਼ਕਾਂ ਦਾ ਵੀ ਧੰਨਵਾਦ।